चौपाई। अद्भुत चलत गुरु के ऐसे, कै सुन कर बिस्मत सब बैसी। सब इन मिल निश्चय ठहरायो, गुर इक सम सब बिखे समायो। वाहिगुरु जी का खालसा, वाहिगुरु जी की फतेह। धन धन गुरुदेव जिस संग हर जपे, गुर कृपाल जपए ताप गुण सब छपे। ऐसे करण कारण दीन दयाल भगत वचल सतगुरु श्री गुरु ग्रंथ साहिब जी महाराज जी दी पावन पवित्र हजूरी च संध्या समय दे सजे हुए दीवाना च एकत्र होई गुरु का खास रूप गुरु खालसा साध संगत जियो धनता दे पात्र हो। नेता प्रति गुरु चरना च जुड़ के सतगुरु कलगीधर पंथ दे वाली सतगुरु श्री गुरु गोबिंद सिंह साहिब जी महाराज जी दे पावन और पवित्र इतिहास दी चल रही लड़ीवार कथा आप जी बहुत ही अदब सत्कार ते शरदा सहित सरवण कर रहे। गरीब नवाज सतगुरु ज्योति जोत समा गए हैं। इन्ने नूं तबेले विचों एक सेवादार वेख के हैरानी नाल वापस आके ਸਿੰਘਾਂ ਨੂੰ ਕਹਿਣ ਲੱਗਾ, खालसा जी सतगुरां दा कुमैत रंग दा घोड़ा भी अलोप है। ये बचन वो कह के हटिया। कुछ समय बाद जंगल विच लकड़ियां इकट्ठियां करन गया एक सिख। वो वापस आके वो कहंदा, महाराज मैनू सतगुरु जी जंगल च मिले ने और वो कुमैत रंग दे घोड़े ते सवार सन ते मैनू उन्होंने तुहाडे प्रति सुनेहा भेजिया कि ਸਿੰਘਾਂ ਨੂੰ कहो चिंता ना करन, कुमैत घोड़ा साडे पास है। फिर थोड़ा जिहा समा तकरीबन 1.5-2 पहर का समा बीत गया तो एक महात्मा सतगुरु जी के दर्शन करके तख्त साहब पहुंचया। ਸਿੰਘਾਂ ਨੂੰ चिंतित फिक्रमंद वेख के कहन लगा, खालसा जी की गल है? ਸਿੰਘਾਂ आख्या, अज अमृत वेले सतगुरु जी भाणा वरता गए ने, सचखंड चले गए ने। कहंदा ये किवें हो सकदा? मैनू तां हुणे जंगल दे विच दर्शन दे के गए हन। कहंदे असीं शिकार खेडण जा रहे हैं। जदों ये 2-3 आश्चर्य घटनावां ਸਿੰਘਾਂ ने वेखियां सुणियां, सब दे हिरदियां विच बड़ा वड्डा भारी विस्माद है कि सतगुरां दी की खेड है, साडी समझ तो परे। गरीब नवाज गुरु कलगीधर पातशाह जी महाराज त्रई काल सत ने अपने प्रकाश तो पहला भी सन ते अपने ज्योति जोत समावण तो बाद भी हैं। वो त्रई काल सत ने हैन, अगे भी रहणगे। इस तरह गुरसिखां दी भावना सतगुरु जी उत्ते बनी है। और ये भावना कोई ऐसी भावना नहीं, कोई मूड भावना नहीं, यही सच है और यही वास्तविकता है। आओ कलगीधर जी दे पवित्र चरनां विच अपनियां सुरतियां बिरतियां जोड़ के सतगुरु जी दे पावन पवित्र इतिहास की कथा सरवण करिए। गुरु चरना विच अपनियां हाजरियां लवाउंदे आखिए जी, सतनाम श्री वाहिगुरु साहिब जी। सतनाम श्री वाहिगुरु साहिब जी।
ਚੋਪਈ ਅਦਭੁਤ ਚਲਤ ਗੁਰੂ ਕੇ ਐਸੀ। ਸਤਿਗੁਰੂ ਜੀ ਦੇ ਇਹ ਅਦਭੁਤ ਚਲਤ ਜੋ ਵਿਸਮਾਦ ਵਾਲੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਅਸੀਂ ਵਾਹਿਗੁਰੂ ਕਹਿ ਕੇ ਸਲਾਉਂਦੇ ਹਾਂ ਤੇ ਜਿਹੜਾ ਵਾਹੇ ਸ਼ਬਦ ਹੈ ਨਾ, ਪਹਿਲੇ ਦੋ ਅੱਖਰ, ਇਹ ਗੁਰੂ ਪਾਤਸ਼ਾਹ ਵਾਸਤੇ ਅਸਚਰਜਤਾ ਭਰਿਆ ਸ਼ਬਦ ਹੈ। ਵਾਹੇ ਦਾ ਮਤਲਬ ਹੀ ਅਦਭੁਤ, ਅਸਚਰਜ, ਵਿਸਮਾਦ। ਤੋ ਇਸ ਤਰ੍ਹਾਂ ਦੇ ਅਦਭੁਤ ਵਿਸਮਾਦਮਈ ਕੌਤਕ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਿੰਘਾਂ ਨੇ ਵੇਖੇ ਹਨ। ਕਹਿ ਸੁਨ ਕਰ ਬਿਸਮਤ ਸਭ ਬੈਸੀ। ਆਪਸ ਵਿੱਚ ਗੱਲਾਂ ਕਰਦੇ ਨੇ, ਸੁਣਦੇ ਨੇ ਤੇ ਬੜੀ ਹੈਰਾਨੀ ਦੇ ਨਾਲ ਬੈਠੇ ਨੇ ਕਿ ਪਹਿਲਾਂ ਤਬੇਲੇ 'ਚੋਂ ਸਿੰਘ ਆਇਆ, ਉਹਨੇ ਦੱਸਿਆ। ਫਿਰ ਲੱਕੜੀਆਂ ਇਕੱਠੀਆਂ ਕਰਨ ਗਿਆ ਸਿੰਘ, ਵਾਪਸ ਆਇਆ, ਉਹਨੇ ਦੱਸਿਆ ਸਤਿਗੁਰੂ ਜੀ ਮੈਨੂੰ ਮਿਲੇ ਨੇ। ਫਿਰ ਇੱਕ ਸੰਤ ਆਇਆ, ਮਹਾਤਮਾ ਆਇਆ, ਉਹਨੇ ਦੱਸਿਆ ਸਤਿਗੁਰੂ ਜੀ ਮੈਨੂੰ ਦਰਸ਼ਨ ਦੇ ਕੇ ਗਏ ਨੇ, ਬਚਨ ਬਿਲਾਸ ਕਰਕੇ ਗਏ ਨੇ। ਇਸ ਤਰ੍ਹਾਂ ਇਹ ਸਾਰੇ ਸਿੰਘ ਕਹਿ ਸੁਣ ਕੇ ਬੜੀ ਵਿਸਮਾਦਮਈ ਖੇਡ ਦੇ ਰੰਗ 'ਚ ਰੰਗਿਆ ਹੋਇਆਂ ਬੈਠੇ ਹੋਏ ਹਨ। ਸਭ ਇਨ ਮਿਲ ਨਿਸ਼ਚੇ ਠਹਿਰਾਇਓ। ਅਖੀਰ ਸਾਰੇ ਸਿੰਘਾਂ ਨੇ, ਸਾਰੇ ਖਾਲਸੇ ਨੇ ਆਪਣੇ ਮਨ ਵਿੱਚ ਇਸ ਗੱਲ ਦਾ ਨਿਸ਼ਚਾ ਕੀਤਾ ਹੈ, ਗੁਰ ਇੱਕ ਸਮ ਸਭ ਵਿਖੇ ਸਮਾਇਓ। ਕਿ ਸਤਿਗੁਰੂ ਜੀ ਇੱਕ ਸਮਾਨ ਹੁਣ ਸਾਰੇ ਪਾਸੇ ਵਿਆਪਕ ਹੋ ਗਏ ਨੇ। ਪਹਿਲਾਂ ਸਰਗੁਣ ਰੂਪ ਵਿੱਚ ਸਨ, ਪਰ ਹੁਣ ਨਿਰਾਕਾਰ ਸਰੂਪ 'ਚ ਹੋ ਕੇ ਸਰਬ ਥਾਈਂ ਵਿਆਪਕ ਹੋ ਗਏ ਨੇ। ਪਰ ਆਪਣੇ ਸਿੱਖਾਂ ਦੀਆਂ ਭਾਵਨਾਵਾਂ ਪੂਰੀਆਂ ਕਰਨ ਲਈ ਜੇ ਕਿਤੇ ਉਹਨਾਂ ਨੂੰ ਆਕਾਰ ਧਾਰਨਾ ਪੈਂਦਾ ਤੇ ਉਹ ਆਕਾਰ ਧਾਰੀ ਹੋ ਕੇ ਵੀ ਦਰਸ਼ਨ ਦਿੰਦੇ ਨੇ। ਉਹ ਹੁਣ ਇੱਕ ਸਮਾਨ ਹੋ ਕੇ ਸਰਬ ਥਾਈਂ ਵਿਆਪਕ ਹੋ ਗਏ ਹਨ। ਜੈ ਸਿਮਰੇ ਤੈ ਹਾਜ਼ਰ ਅਹੈ। ਸਤਿਗੁਰੂ ਜੀ ਨੂੰ ਜਿੱਥੇ ਸਿਮਰੀਏ ਸਤਿਗੁਰੂ ਜੀ ਉੱਥੇ ਹੀ ਹਾਜ਼ਰ ਨੇ, ਉਹ ਕਿਤੇ ਨਹੀਂ ਗਏ। ਇਹ ਨਿਸ਼ਚਾ ਖਾਲਸੇ ਨੂੰ ਹੋ ਗਿਆ ਕਿ ਸਤਿਗੁਰਾਂ ਨੂੰ ਜਿੱਥੇ ਵੀ ਸਿਮਰੀਏ, ਸੰਸਾਰ ਦੇ ਕਿਸੇ ਥਾਂ ਕਿਸੇ ਕੋਨੇ ਵਿੱਚ ਵੀ ਸਿਮਰੀਏ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਆਪਣਾ ਸਿਮਰਨ ਕਰਨ ਵਾਲੇ ਸੇਵਕਾਂ ਕੋਲ ਉੱਥੇ ਹੀ ਹਾਜ਼ਰ ਹੁੰਦੇ ਹਨ। ਸਭ ਸਿੱਖਨ ਕੀ ਸ਼ਰਧਾ ਲਹੇ। ਆਪਣਿਆਂ ਸਿੱਖਾਂ ਦੀ ਸ਼ਰਧਾ ਵੇਖਦੇ ਹਨ, ਆਪਣਿਆਂ ਸਿੱਖਾਂ ਦੀਆਂ ਭਾਵਨਾਵਾਂ ਵੇਖਦੇ ਹਨ, ਪ੍ਰੇਮ ਵੇਖਦੇ ਹਨ। ਜਨਮ ਮਰਨ ਪ੍ਰਾਪਤ ਕੁਛ ਨਾਹੀ। ਸਤਿਗੁਰੂ ਜੀ ਨਾ ਜਨਮ ਵਿੱਚ ਨੇ ਤੇ ਨਾ ਹੀ ਮਰਨ ਵਿੱਚ ਨੇ। ਮਹਾਰਾਜ ਜੀ ਦਾ ਨਾ ਜਨਮ ਹੋਇਆ ਨਾ ਮਰਨ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਤੇ ਉਸ ਪ੍ਰਕਾਸ਼ ਨੂੰ ਹੁਣ ਸਥੂਲ ਦ੍ਰਿਸ਼ਟੀ ਤੋਂ ਮਹਾਰਾਜ ਜੀ ਨੇ ਅਲੋਪ ਕੀਤਾ, ਪਰ ਸੂਖਮ ਦ੍ਰਿਸ਼ਟੀ ਨਾਲ ਅੱਜ ਵੀ ਗੁਰੂ ਕੇ ਪਿਆਰੇ ਸਾਹਿਬ ਦੇ ਉਸ ਪਾਵਨ ਸਰੂਪ ਨੂੰ ਅਨੁਭਵ ਕਰਦੇ ਹਨ। ਸਿੰਘ ਸਾਰੇ ਬਚਨ ਕਰ ਰਹੇ ਨੇ, ਆਪੋ ਵਿੱਚ ਗੱਲਾਂ ਕਰਦੇ ਨੇ ਕਿ ਸਤਿਗੁਰੂ ਜੀ ਨਾ ਜਨਮ ਵਿੱਚ ਹਨ ਤੇ ਨਾ ਹੀ ਮਰਨ ਵਿੱਚ ਹਨ। ਸੁਤੇ ਸਿੱਧ ਤਨ ਧਰੇ ਬਿਲਾਹੀ। ਉਹ ਤਾਂ ਸੁਤੇ ਸਿੱਧ ਹੀ ਬਿਲਾਸ ਕਰਨ ਵਾਸਤੇ ਆਪਣਾ ਤਨ ਧਾਰਦੇ ਨੇ ਤੇ ਸਤਿਗੁਰਾਂ ਨੇ ਆਪਣਾ ਤਨ ਧਾਰ ਕੇ ਬਿਲਾਸ ਕੀਤੇ ਹਨ। ਸੰਤਨ ਕੀ ਸਹਾਇਤਾ ਕਾਰਨ। ਸਤਿਗੁਰੂ ਜੀ ਨੇ ਸਰੀਰ ਧਾਰਨ ਇਸ ਕਰਕੇ ਕੀਤਾ ਕਿਉਂਕਿ ਗੁਰਦੇਵ ਨੇ ਆਪ ਇਹ ਬਚਨ ਕਹੇ ਨੇ ਕਿ ਮੈਂ ਸੰਤਾਂ ਦੀ ਸਹਾਇਤਾ ਲਈ ਆਇਆ ਹਾਂ। ਸਤਿਪੁਰਸ਼ਾਂ, ਮਹਾਪੁਰਸ਼ਾਂ, ਸਾਧੂਆਂ ਦੀ ਸਹਾਇਤਾ ਲਈ ਸਤਿਗੁਰੂ ਜੀ ਨੇ ਸਰੀਰ ਧਾਰਨ ਕੀਤਾ ਹੈ। ਦੁਸ਼ਟ ਨਰਨ ਕੀ ਜੜਾਂ ਉਖਾਰਨ। ਔਰ ਜਿਹੜੇ ਦੁਸ਼ਟ ਨੇ, ਮਲੇਛ ਨੇ, ਉਹਨਾਂ ਦੀਆਂ ਜੜਾਂ ਮਹਾਰਾਜ ਜੀ ਪੁੱਟਣ ਵਾਸਤੇ ਆਏ ਸਨ। ਸ਼ੁਭ ਮਗ ਜਗਤ ਵਿਖੇ ਵਿਸਤਾਰਨ। ਸ਼ੁਭ ਰਸਤਾ, ਸ਼ੁਭ ਪੰਥ ਸਾਰੇ ਜਗਤ ਵਿੱਚ ਉਸ ਸ਼ੁਭ ਪੰਥ ਦਾ, ਸ਼ੁਭ ਮਾਰਗ ਦਾ ਵਿਸਥਾਰ ਕਰਨ ਲਈ ਆਏ ਸਨ। ਕਰਨ ਕੁਕਰਮਨ ਕੋ ਨਿਰਵਾਰਨ। ਔਰ ਜਿਹੜੇ ਖੋਟੇ ਕੁਕਰਮ ਹਨ ਉਹਨਾਂ ਕੁਕਰਮਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਰਵਾਰਨ ਲਈ ਅਵਤਰਤ ਹੋਏ। ਨਿਜ ਭਗਤਨ ਕੋ ਜਗ ਤੇ ਉਧਾਰਨ। ਔਰ ਆਪਣਿਆਂ ਭਗਤਾਂ ਨੂੰ, ਆਪਣਿਆਂ ਸੇਵਕਾਂ ਨੂੰ ਇਸ ਜਗਤ ਤੋਂ ਸਤਿਗੁਰੂ ਜੀ ਉਧਾਰਨੇ ਵਾਸਤੇ ਆਏ ਹਨ।
ਆਪਣਿਆਂ ਸੇਵਕਾਂ ਭਗਤਾਂ ਗੁਰਸਿੱਖਾਂ ਨੂੰ ਤਾਰਨ ਲਈ ਆਏ ਹਨ। ਧਰਾ ਭਾਰ ਗਨ ਤਾਪ ਬਿਦਾਰਨ। ਧਰਤੀ ਦੇ ਉੱਤੇ ਜਿਹੜਾ ਲੋਕਾਂ ਦਾ ਕਿਰਤ ਘਣ ਲੋਕਾਂ ਦਾ ਭਾਰ ਸੀ, ਧਰਤੀ ਦੇ ਉਹਨਾਂ ਪਾਪ ਕਰਮਾਂ ਦੇ ਭਾਰ ਨੂੰ ਨਿਵਾਰਨ ਵਾਸਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਆਏ ਸਨ। ਹਰ ਸੰਤਨ ਦਰੋਹੀ ਬਹੁ ਮਾਰਨ। ਔਰ ਜਿਹੜੇ ਹਰੀ ਦੇ ਸੰਤਾਂ ਦੇ ਦਰੋਹੀ ਨੇ, ਵੈਰ ਕਮਾਉਣ ਵਾਲੇ, ਉਹਨਾਂ ਦਰੋਹੀਆਂ ਨੂੰ ਮਾਰਨ ਆਏ ਹਨ। ਸਤਨਾਮ ਸਿਮਰਾਵਨ ਕਾਰਨ। ਸਤਿਗੁਰੂ ਜੀ ਆਏ ਹਨ ਤੇ ਉਹਦਾ ਕਾਰਨ ਹੈ ਕਿ ਮਹਾਰਾਜ ਜੀ ਸੰਸਾਰ ਦੇ ਜੀਵਾਂ ਨੂੰ ਸੱਚੇ ਨਾਮ ਦਾ ਸਿਮਰਨ ਕਰਾਉਣ ਆਏ ਹਨ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਜੋ ਤ੍ਰਈ ਕਾਲ ਸਤ ਹੈ, ਉਸ ਸੱਚੇ ਨਾਮ ਦਾ ਸਿਮਰਨ ਕਰਾਉਣ ਵਾਸਤੇ ਸਤਿਗੁਰਾਂ ਅਵਤਾਰ ਧਾਰਿਆ ਹੈ। ਤਨ ਗੁਰੂ ਸਭ ਕਾਰਨ ਕਰਨ। ਸਤਿਗੁਰੂ ਗੁਰੂ ਕਲਗੀਧਰ ਜੀ ਧੰਨ ਹਨ, ਧੰਨ ਹਨ, ਧੰਨ ਹਨ, ਜਿਹੜੇ ਸਾਰੇ ਕਾਰਨਾਂ ਦਾ ਮੂਲ ਹਨ। ਜਿਨ ਕੇ ਸਮ ਨੈ ਤਾਰਨ ਤਰਨ। ਸਤਿਗੁਰੂ ਕਲਗੀਧਰ ਐਸੇ ਨੇ ਜਿਨ੍ਹਾਂ ਦੇ ਸਮਾਨ ਤਾਰਨ ਵਾਲਾ ਜਗਤ ਵਿੱਚ ਕੋਈ ਦੂਜਾ ਨਹੀਂ, ਉਹਨਾਂ ਦੇ ਸਮਾਨ ਕੋਈ ਦੂਜਾ ਨਹੀਂ। ਕਲਗੀਧਰ ਜਿਹੇ ਕੇਵਲ ਖੁਦ ਕਲਗੀਧਰ ਆਪ ਹੀ ਹਨ, ਉਹਨਾਂ ਵਰਗਾ, ਉਹਨਾਂ ਜਿਹਾ ਹੋਰ ਕੋਈ ਨਹੀਂ ਜਿਹੜਾ ਸੰਸਾਰ ਦੇ ਜੀਵਾਂ ਨੂੰ ਭਲੇ ਜੀਵਾਂ ਨੂੰ ਤਾਰਨ ਵਾਲਾ ਹੋਵੇ। ਅਦਭੁਤ ਚਲਤ ਲਖੇ ਨੈ ਜਾਈ। ਸਤਿਗੁਰੂ ਜੀ ਦੇ ਚਲਤ, ਮਹਾਰਾਜ ਜੀ ਦੇ ਚੋਜ ਅਦਭੁਤ ਹਨ, ਉਹਨਾਂ ਵਿੱਚ ਹੈਰਾਨੀ ਤੇ ਵਿਸਮਾਦ ਭਰਿਆ ਹੋਇਆ ਹੈ। ਸ਼ੇਸ਼ ਗਣੇਸ਼ ਪਾਰ ਨੈ ਪਾਈ। ਮਹਾਰਾਜ ਜੀ ਦੇ ਚਲਤ ਐਸੇ ਅਚਰਜ ਤੇ ਵਿਸਮਾਦਮਈ ਨੇ ਕਿ ਸ਼ੇਸ਼ ਦਿਨੇਸ਼ ਵਰਗੇ ਵੀ ਮਹਾਰਾਜ ਜੀ ਦੇ ਗੁਣਾਂ ਦਾ ਅੰਤ ਨਹੀਂ ਪਾ ਸਕਦੇ। ਉਹ ਵੀ ਸਤਿਗੁਰਾਂ ਦੇ ਚਲਤਾਂ ਦਾ ਪਾਰਾਵਾਰ ਨਹੀਂ ਜਾਣ ਸਕਦੇ। ਜੋਗੀਸ਼ਨ ਕੇ ਧਿਆਨ ਬਸੰਤੇ। ਐਸੇ ਨੇ ਕਲਗੀਧਰ ਜੋ ਯੋਗੀਸ਼ਵਰਾਂ ਦੇ ਧਿਆਨ ਵਿੱਚ ਵਸਦੇ ਨੇ। ਜਿਹੜੇ ਯੋਗੀਸ਼ਵਰ ਨੇ ਜੁੜੇ ਹੋਏ, ਉਹਨਾਂ ਦੇ ਧਿਆਨ ਵਿੱਚ ਮਹਾਰਾਜ ਗੁਰੂ ਕਲਗੀਧਰ ਜੀ ਵਸਦੇ ਹਨ। ਸੁਰ ਨਰ ਮੁਨ ਜਨ ਸੇਵ ਕਰਨ ਤੇ। ਵੱਡੇ ਵੱਡੇ ਸੁਰ ਨਰ ਮੁਨ ਜਨ ਸਭ ਮਹਾਰਾਜ ਗੁਰੂ ਕਲਗੀਧਰ ਜੀ ਦੀ ਸੇਵਾ ਕਰਦੇ ਨੇ। ਉਹ ਸਾਰੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਲੋਚਦੇ ਗੁਰੂ ਕੀ ਸੇਵਾ ਕਰਦੇ ਨੇ। ਕੋਤਕ ਕਾਰਨ ਤੇ ਤਨ ਤਾਰੈ। ਸਤਿਗੁਰੂ ਜੀ ਕੇਵਲ ਕੌਤਕ ਕਰਨ ਵਾਸਤੇ, ਸੰਸਾਰ ਦੇ ਵਿੱਚ ਕੇਵਲ ਜੀਵਾਂ ਦੇ ਭਲੇ ਵਾਸਤੇ ਹੀ ਤਨ ਧਾਰਦੇ ਹਨ। ਕਰ ਸਭ ਕੋ ਬੈਕੁੰਠ ਸਿਧਾਰੈ। ਔਰ ਜੀਵਾਂ ਦਾ ਭਲਾ ਕਰਕੇ, ਜੀਵਾਂ ਦੀ ਕਲਿਆਣ ਕਰਕੇ ਮੁੜ ਕੇ ਫੇਰ ਆਪਣੇ ਨਿਜ ਘਰ 'ਚ ਜਾ ਸਮਾਉਂਦੇ ਹਨ, ਜਾ ਪਹੁੰਚਦੇ ਹਨ। ਤਿਨ ਕੇ ਹਿਤ ਕੁਛ ਸ਼ੋਕ ਨ ਬਨੈ। ਇਹ ਸਿੰਘੋ, ਐਸੇ ਸਤਿਗੁਰਾਂ ਵਾਸਤੇ ਸ਼ੋਕ ਕਰਨਾ ਨਹੀਂ ਬਣਦਾ। ਸ਼ੋਕ ਤਾਂ ਉਹਨਾਂ ਲਈ ਕਰੀਦਾ ਜਿਹੜੇ ਚਲੇ ਗਏ, ਪਰ ਸਤਿਗੁਰੂ ਜੀ ਤਾਂ ਸਤ ਨੇ, ਉਹ ਤਾਂ ਸदैਵੀ ਨੇ। ਉਹਨਾਂ ਵਾਸਤੇ ਕਿਉਂ ਮਨ ਵਿੱਚ ਸ਼ੋਕ ਕਰਨਾ ਹੈ। ਵੇਦ ਪੁਰਾਨ ਜਾਸ ਜਸ ਪਨੈ। ਵੇਦਾਂ ਪੁਰਾਣਾ ਸਿਮਰਤੀਆਂ ਸ਼ਾਸਤਰਾਂ ਵਿੱਚ ਵੀ ਸਤਿਗੁਰੂ ਕਲਗੀਧਰ ਜੀ ਦੇ ਸਰੂਪ ਦਾ ਜਸ ਵਰਣਨ ਹੈ। ਸਤਿਗੁਰਾਂ ਦੀ ਸੋਭਾ ਇਹ ਸਾਰੇ ਧਰਮ ਗ੍ਰੰਥ ਕਰਦੇ ਹਨ। ਸਭ ਕੇ ਬੀਚ ਸਬਨ ਤੇ ਨਿਆਰੇ। ਸਤਿਗੁਰੂ ਜੀ ਸਾਰਿਆਂ ਦੇ ਵਿੱਚ ਵੀ ਨੇ ਔਰ ਸਾਰਿਆਂ ਤੋਂ ਫਿਰ ਨਿਆਰੇ ਵੀ ਨੇ। ਐਸਾ ਨਹੀਂ ਕਿ ਸਾਰਿਆਂ ਵਿੱਚ ਵਸ ਕੇ ਸਭ 'ਚ ਲਿਪਾਏ ਮਾਨ ਨੇ, ਸਭ ਦੇ ਵਿੱਚ ਵਸ ਕੇ ਫਿਰ ਸਾਰਿਆਂ ਤੋਂ ਨਿਰਾਰੇ ਨੇ। ਸਭੋਂ ਮੱਧ ਨਿਰਾਰੇ, ਸਭ ਵਿੱਚ ਵਸਦੇ ਹੋਏ ਵੀ ਸਭ ਤੋਂ ਨਿਰਾਲੇ ਹਨ, ਵੱਖਰੇ ਹਨ। ਭੋਗ ਭੋਗਤਾ ਲੇਪ ਨ ਤਾਰੇ। ਸੰਸਾਰ ਦੇ ਸਾਰੇ ਭੋਗਾਂ ਨੂੰ ਭੋਗਣ ਵਾਲੇ ਹੋ ਕੇ ਭੋਗਦੇ ਵੀ ਨੇ, ਪਰ ਉਹਨਾਂ ਭੋਗਾਂ ਦਾ ਮੇਰੇ ਸਾਹਿਬ ਨੂੰ ਕੋਈ ਲੇਪ ਨਹੀਂ ਹੈ। ਲੇਪ ਛੇਪ ਨਾ ਲਿਪਿਆ ਤੇ ਸੰਸਾਰ ਦੇ ਕਿਸੇ ਭੋਗ ਦਾ ਜਾਂ ਕਿਸੇ ਪਦਾਰਥ ਦਾ ਲੇਪ ਸਤਿਗੁਰੂ ਜੀ ਨੂੰ ਨਹੀਂ ਹੈ। ਜਾਂ ਤੇ ਕਥਾ ਅਕਥ ਗੁਰ ਕੇਰੀ। ਇਸ ਕਰਕੇ ਭਾਈ ਸਤਿਗੁਰੂ ਜੀ ਦੀ ਕਥਾ ਅਕਥ ਹੈ। ਜੇ ਹੁਣ ਤਾਈਂ ਕਥਨ ਕੀਤੀ ਤੇ ਨਾ ਜਾਣਿਓ ਕਿ ਅਸੀਂ ਗੁਰੂ ਦੀ ਕਥਾ ਦਾ ਗੋਝ ਭੇਦ ਜਾਣ ਲਿਆ। ਇਹ ਤਾਂ ਅਸੀਂ ਆਪਣੇ ਆਤਮਿਕ ਰਸ ਵਾਸਤੇ ਗੁਰੂ ਕਥਾ ਦਾ ਰਸ ਮਾਣਿਆ,
ਮਿਸ਼ਰੀ ਦੇ ਪਹਾੜ ਕੋਲ ਜਾ ਕੇ ਕੀੜੀ ਮਿਸ਼ਰੀ ਦੇ ਪਹਾੜ ਦਾ ਅੰਤ ਨਹੀਂ ਪਾ ਸਕਦੀ, ਨਾ ਉਸ ਪਹਾੜ ਨੂੰ ਚੁੱਕ ਸਕਦੀ ਹੈ। ਉੱਥੋਂ ਕੇਵਲ ਥੋੜਾ ਬਹੁਤਾ ਖਾ ਕੇ ਆਪਣਾ ਪੇਟ ਜ਼ਰੂਰ ਭਰ ਸਕਦੀ ਹੈ। ਸਤਿਗੁਰਾਂ ਦਾ ਜਸ ਅਕਥ ਹੈ, ਗੁਰੂ ਕਲਗੀਧਰ ਜੀ ਦੀ ਕਥਾ ਅਕਥ ਹੈ। ਹਾਰੇ ਜੇ ਬੁੱਧ ਧਰਤ ਬਡੇਰੀ, ਜਿਹੜੇ ਵੱਡੇ ਵੱਡੇ ਬੁੱਧੀ ਧਾਰਨ ਕਰਨ ਵਾਲੇ ਵੱਡੇ ਵੱਡੇ ਬੁੱਧੀਮਾਨ ਹਨ, ਉਹਨਾਂ ਦੀ ਵੀ ਬੁੱਧੀ ਹਾਰ ਜਾਂਦੀ ਹੈ, ਉਹਨਾਂ ਦੀ ਮਤ ਵੀ ਹਾਰ ਜਾਂਦੀ ਹੈ, ਪਰ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੋਭਾ ਕਰਦਿਆਂ ਅੰਤ ਨਹੀਂ ਪਾ ਸਕਦੇ। ਇਮ ਚਰਚਾ ਕਰ ਆਪਸ ਮਾਈ, ਏਦਾਂ ਸਾਰੇ ਸਿੰਘ ਆਪਸ ਵਿੱਚ ਚਰਚਾ ਕਰ ਰਹੇ ਹਨ, ਗੁਰਹਿਤ ਸ਼ੋਕ ਉਪਾਵੋ ਨਾਈ। ਔਰ ਆਪਸ ਵਿੱਚ ਹੀ ਕਹਿੰਦੇ ਭਾਈ ਹੁਣ ਨਹੀਂ ਕਿਸੇ ਸ਼ੋਕ ਮਨਾਉਣਾ। ਕਿਉਂ ਸ਼ੋਕ ਮਨਾਉਂਦੇ ਹੋ? ਸਤਿਗੁਰੂ ਜੀ ਤਾਂ ਪ੍ਰਤੱਖ ਪ੍ਰਮਾਣ ਦੇ ਗਏ ਨੇ, ਸੰਤ ਜੀ ਨੂੰ ਦਰਸ਼ਨ ਦੇ ਕੇ ਗਏ ਨੇ, ਸਣੇ ਘੋੜੇ ਗਏ ਨੇ, ਤੇ ਫਿਰ ਅਸੀਂ ਕਿਉਂ ਮਨ 'ਚ ਸ਼ੋਕ ਮਨਾਈਏ? ਉਹ ਤਾਂ ਸੱਤ ਨੇ, ਸदैवी ਨੇ, ਅੱਜ ਵੀ ਹਾਜ਼ਰ ਨੇ। ਧਰੇ ਦੁਪਹਿਰੇ ਲਗ ਥਿਰ ਰਹੇ, ਦੁਪਹਿਰਾ ਢਲਦਿਆਂ ਤੱਕ ਸਾਰੇ ਸਿੰਘ ਉਸੇ ਕਨਾਤ ਦੇ ਚਾਰੇ ਪਾਸੇ ਬੈਠੇ ਰਹੇ। ਕਰੋ ਦੇਗ ਉਠ ਪੁਨ ਸਾਵਧਾਨੇ, ਕਹਿੰਦੇ ਉੱਠੋ ਭਾਈ ਹੁਣ ਦੇਗ ਤਿਆਰ ਕਰੋ ਤੇ ਸਾਵਧਾਨ ਹੋਵੋ। ਕਰੋ ਸੁਚੇਤਾ ਸਿਮਰਨ ਠਾਨੇ, ਔਰ ਸੁਚੇਤੇ ਹੋ ਕੇ ਸਰੀਰ ਦੀ ਕਿਰਿਆ ਸੋਧ ਕੇ ਸਿਮਰਨ ਕਰੀਏ, ਸਤਿਗੁਰਾਂ ਦਾ ਮਹਾਰਾਜ ਜੀ ਦਾ ਭਜਨ ਕਰੀਏ। ਇਮ ਕਹਿ ਉਠੇ ਦੇਗ ਹਿਤ ਸਿੱਧ, ਏਦਾਂ ਕਹਿ ਕੇ ਸਿੰਘ ਲੰਗਰ ਪ੍ਰਸ਼ਾਦਾ, ਕਿਉਂਕਿ ਸਾਰੇ ਦਿਨ ਦਾ ਅੱਜ ਤਿਆਰ ਨਹੀਂ ਸੀ ਹੋਇਆ, ਦੁਪਹਿਰਾ ਬੀਤ ਗਿਆ ਤਾਂ ਸਿੰਘ ਉੱਠ ਕੇ ਰਸੋਈ ਸਿੱਧ ਕਰਨ ਲੱਗੇ, ਯਾਨੀ ਕਿ ਲੰਗਰ ਪ੍ਰਸ਼ਾਦਾ ਤਿਆਰ ਕਰਨ ਲੱਗੇ। ਭੋਗ ਲਗਾਏ ਆਪ ਪੁਨ ਚੱਕਿਓ, ਕਹਿੰਦੇ ਲੰਗਰ ਤਿਆਰ ਕਰਕੇ ਅੱਗੇ ਥਾਲ ਸਤਿਗੁਰਾਂ ਦੇ ਪਹਿਲਾਂ ਸਨਮੁਖ ਰੱਖਦੇ ਸੀ। ਅੱਜ ਵੇਖਿਆ ਸਿੰਘਾਂ ਨੇ ਸਤਿਗੁਰੂ ਜੀ ਤਾਂ ਹੈਣ ਨਹੀਂ, ਅੱਜ ਕੀ ਕਰੀਏ? ਅੱਜ ਭੋਜਨ ਦਾ ਲੰਗਰ ਦਾ ਥਾਲ ਤਿਆਰ ਕਰਕੇ ਸਿੰਘਾਂ ਨੇ ਕਿਰਪਾਨ ਭੇਟ ਕਰਕੇ ਸਤਿਗੁਰਾਂ ਨੂੰ ਭੋਗ ਲਵਾਇਆ। ਹਾਂਜੀ, ਸੋਚ ਹਿਤ ਗਮਨੇ ਜਲ ਤਕਿਓ, ਔਰ ਲੰਗਰ ਪ੍ਰਸ਼ਾਦਾ ਸਭ ਨੇ ਛਕਿਆ, ਫਿਰ ਸੋਚ ਕਰਨ ਵਾਸਤੇ ਜਲ ਤੱਕਿਆ। ਕਰ ਇਸ਼ਨਾਨ ਬੰਦੀ ਦਸਤਾਰ, ਔਰ ਇਸ਼ਨਾਨ ਪਾਨ ਕਰਕੇ ਸਿੰਘਾਂ ਨੇ ਦਸਤਾਰਾਂ ਸਜਾਈਆਂ, ਦੁਮਾਲੇ ਝੁਲਾਏ। ਹੁਣ ਸਭ ਮਿਲੇ ਗੁਰੂ ਦਰਬਾਰ, ਫਿਰ ਸਾਰੇ ਇਕੱਠੇ ਹੋਏ ਸਤਿਗੁਰਾਂ ਦੇ ਦਰਬਾਰ ਵਿੱਚ, ਜਿੱਥੇ ਮਹਾਰਾਜ ਜੀ ਦੀਵਾਨ ਸਜਾਉਂਦੇ ਸਨ। ਪੂਰਬ ਪ੍ਰਭ ਕੋ ਭੋਗ ਲਗਾਇਓ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਲਈ ਪਿਛਲੇ ਪਹਿਰ ਦੀਆਂ ਸ਼ਰਦਾਈਆਂ ਦੇ ਮਹਾਰਾਜ ਜੀ ਦੇ ਰਗੜੇ ਲੱਗਿਆ ਕਰਦੇ ਸਨ। ਉਹ ਭੋਗ ਮਹਾਰਾਜ ਜੀ ਲਈ ਬਾਟਾ ਹਾਜ਼ਰ ਕਰਕੇ ਲਵਾਇਆ। ਦੇਗ ਆਹਾਰ ਬੌਰ ਵਰਤਾਇਓ, ਫਿਰ ਲੰਗਰ ਪ੍ਰਸ਼ਾਦੇ ਨੂੰ ਵੀ ਭੋਗ ਲਵਾ ਕੇ ਫਿਰ ਸਾਰੇ ਸਿੰਘਾਂ ਵਿੱਚ ਲੰਗਰ ਵਰਤਾਇਆ। ਅੱਜ ਅੱਜ ਅਸਨ ਨਮੋ ਕਰ ਜੋਰ, ਕਿਰਪਾਨ ਭੇਟ ਕਰਨ ਤੋਂ ਬਾਅਦ ਸਾਰੇ ਬੜੇ ਸਤਿਕਾਰ ਨਾਲ ਗੁਰੂ ਕਾ ਸੀਤ ਪ੍ਰਸ਼ਾਦ ਜਾਣ ਕੇ ਭੋਜਨ ਛਕਦੇ ਹਨ। ਬੈਠੇ ਪੁਨ ਕਨਾਤ ਚੋਂ ਔਰ, ਚਾਰੇ ਪਾਸੇ ਜਿਹੜੀ ਕਨਾਤ ਤਣੀ ਹੋਈ ਹੈ ਮਹਾਰਾਜ ਜੀ ਦੇ ਅੰਗੀਠੇ ਦੇ, ਕਨਾਤ ਦੇ ਚਾਰੇ ਪਾਸੇ ਸਿੰਘ ਬੈਠੇ ਹੋਏ ਹਨ। ਕੀਤਕ ਪੜਤ ਸਿੰਘ ਗੁਰਬਾਣੀ, ਕਈ ਸਿੰਘ ਬੈਠੇ ਚਾਰੇ ਪਾਸੇ ਗੁਰਬਾਣੀ ਪੜ੍ਹ ਰਹੇ ਨੇ। ਕਈ ਗੁਰਸਿੱਖ ਗੁਰਬਾਣੀ ਦਾ ਜਾਪ ਕਰ ਰਹੇ ਨੇ, ਕੋਈ ਜਾਪ ਸਾਹਿਬ ਪੜ੍ਹ ਰਿਹਾ ਹੈ, ਕੋਈ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਹੈ, ਕੋਈ ਆਨੰਦ ਸਾਹਿਬ ਪੜ੍ਹ ਰਿਹਾ ਹੈ। ਇਸ ਤਰ੍ਹਾਂ ਗੁਰਸਿੱਖ ਗੁਰਬਾਣੀ ਦਾ ਜਾਪ ਕਰ ਰਹੇ ਹਨ। ਕੀਤਕ ਸੁਨਤੇ ਆਨੰਦ ਮੈਂ ਸਾਨੀ, ਕਈ ਸਿੰਘ ਗੁਰਬਾਣੀ ਪੜ੍ਹ ਰਹੇ ਨੇ, ਕਈ ਲਾਗੇ ਬੈਠੇ ਸੁਣ ਰਹੇ ਨੇ। ਬੜੇ ਸਨੇਹ ਨਾਲ, ਬੜੇ ਪ੍ਰੇਮ ਨਾਲ ਬਹਿ ਕੇ ਗੁਰਬਾਣੀ ਸੁਣ ਰਹੇ ਨੇ। ਨਿਸਮੈ ਅਲਪ ਕਿਤਕ ਚਿਰ ਸੋਏ, ਕਹਿੰਦੇ ਰਾਤ ਪੈ ਗਈ ਸੀ, ਰਾਤ ਨੂੰ ਥੋੜਾ ਜਿਹਾ ਸਮਾਂ ਹੀ ਸਿੰਘਾਂ ਨੇ ਆਰਾਮ ਕੀਤਾ। ਜਾਗਰਨ ਕੀਨ ਤਹਾਂ ਸਭ ਕੋਏ, ਰਾਤ ਵੀ ਤਕਰੀਬਨ ਘੰਟਾ 2 ਘੰਟੇ ਅੱਖ ਲਾਈ ਹੋਣੀ ਹੈ ਪ੍ਰਸ਼ਾਦਾ ਛਕਣ ਤੋਂ ਬਾਅਦ। ਮੁੜ ਕੇ ਫਿਰ ਕਨਾਤ ਦੇ ਚਾਰੇ ਪਾਸੇ ਪਹਿਰੇਦਾਰੀ ਤੇ ਰਹੇ, ਜਾਗਦੇ ਰਹੇ ਔਰ ਚਾਰੇ ਪਾਸੇ ਉਸੇ ਤਰ੍ਹਾਂ ਹੀ ਸਜੇ ਰਹੇ। ਭਾਈ ਪ੍ਰਾਤ ਤੇ ਜਾਏ ਇਸ਼ਨਾਨੇ, ਸਾਰੀ ਰਾਤ ਬੈਠੇ ਗੁਰਬਾਣੀ ਜਪਦੇ ਰਹੇ, ਪੜ੍ਹਦੇ ਰਹੇ, ਸਿਮਰਨ ਭਜਨ ਦੇ ਰੰਗ ਚ ਰੰਗੇ ਰਹੇ।
ਅੰਮ੍ਰਿਤ ਵੇਲਾ ਹੋਇਆ, ਫਿਰ ਸਿੰਘ ਉੱਠੇ, ਸੋਚ ਇਸ਼ਨਾਨ ਕੀਤਾ। ਸਭ ਮਿਲ ਗਏ ਗੁਰੂ ਇਸ ਥਾਨੇ। ਸਾਰੇ ਸਿੰਘ ਮਿਲ ਕੇ ਜਿੱਥੇ ਸਤਿਗੁਰਾਂ ਦਾ ਪਾਵਨ ਅੰਗੀਠਾ ਸੀ ਉਸ ਅੰਗੀਠੇ ਵਾਲੇ ਸਥਾਨ ਤੇ ਗਏ। ਪ੍ਰਥਮ ਕਨਾਤ ਸੁਖੋਲ ਹਟਾਈ। ਪਹਿਲਾਂ ਜਾ ਕੇ ਕਨਾਤਾਂ ਖੋਲੀਆਂ ਹਨ, ਕਨਾਤਾਂ ਖੋਲ ਕੇ ਪਾਸੇ ਕੀਤੀਆਂ ਹਨ। ਕਿਤਾ ਭਸਮ ਕੀ ਨਸ ਇਕ ਥਾਈ। ਤੇ ਜਿੰਨੇ ਅੰਗੀਠੇ ਦੀ ਭਸਮ ਸੀ, ਸਵਾਹ ਸੀ, ਉਹਨੂੰ ਇੱਕ ਜਗ੍ਹਾ ਤੇ ਇਕੱਠਿਆਂ ਕੀਤਾ। ਆਯੁਧ ਨਹੀਂ ਏਕ ਤੈ ਪਾਇਓ। ਜਦੋਂ ਸਵਾਹ ਇਕੱਠੀ ਕੀਤੀ ਤੇ ਬੜੇ ਹੈਰਾਨ ਹੋਏ ਕਿ ਸਤਿਗੁਰੂ ਜੀ ਤਾਂ ਕਮਰ ਕੱਸੇ 'ਚ ਬਿਛੂਆ, ਕਟਾਰ, ਤਲਵਾਰਾਂ, ਤੀਰ, ਕਮਾਨ, ਬੰਦੂਕ, ਬਰਛੀ, ਇਹ ਸ਼ਸਤਰ ਸਮੇਤ ਗਏ ਸਨ। ਜਦੋਂ ਅੰਗੀਠਾ ਇਕੱਠਾ ਕੀਤਾ ਨਾ ਸਾਰੇ ਸਿੰਘਾਂ ਨੇ, ਕੀ ਵੇਖਦੇ ਨੇ ਵਿੱਚ ਸ਼ਸਤਰ ਇੱਕ ਵੀ ਕੋਈ ਨਹੀਂ ਨਜ਼ਰ ਆਇਆ। ਹੈਰਾਨ ਕਿ ਤਲਵਾਰ ਤਾਂ ਵਿੱਚ ਉਹ ਤਾਂ ਨਹੀਂ ਨਾ ਸੜ ਸਕਦੀ ਅੰਗੀਠੇ ਵਿੱਚ, ਨਾ ਤਲਵਾਰ ਦੇ ਸੀ। ਬੰਦੂਕ ਲੋਹੇ ਦੀ ਜਿਹੜੀ ਨਾਲੀ ਸੀ ਉਹ ਨਹੀਂ ਵਿੱਚ ਨਜ਼ਰ ਆਉਂਦੀ। ਸ਼ਸਤਰ ਕਹਿੰਦੇ ਵਿੱਚ ਕੋਈ ਨਹੀਂ ਨਜ਼ਰ ਆਇਆ। ਹੀਰ ਸਬਨ ਕੋ ਮਨ ਬਿਸਮਾਇਓ। ਸਾਰਿਆਂ ਦਾ ਵੇਖ ਕੇ ਮਨ ਹੈਰਾਨ ਹੋਇਆ। ਬਸ ਇੱਕ ਜਿਹੜੀ ਮਹਾਰਾਜ ਜੀ ਨੇ ਕਰਦ ਆਪਣੇ ਦਮਾਲੇ 'ਚ ਸਜਾਈ ਸੀ ਨਾ, ਉਹ ਇੱਕ ਕਰਦ ਜ਼ਰੂਰ ਵਿੱਚੋਂ ਨਿਕਲੀ। ਬਾਕੀ ਹੋਰ ਕੋਈ ਸ਼ਸਤਰ ਨਹੀਂ ਵਿੱਚੋਂ ਦਿਸਿਆ, ਨਾ ਤਲਵਾਰ, ਨਾ ਢਾਲ, ਨਾ ਤੀਰ, ਨਾ ਬਿਛੂਆ, ਨਾ ਹੋਰ ਜਿਹੜੇ ਵੀ ਖੰਜਰ ਵਗੈਰਾ ਸ਼ਸਤਰ ਸਨ ਮਹਾਰਾਜ ਜੀ ਦੇ, ਕਹਿੰਦੇ ਹੋਰ ਨਹੀਂ ਕੋਈ ਸ਼ਸਤਰ ਦਿਸਿਆ। ਬਸ ਇੱਕ ਜਿਹੜੀ ਕਰਦ ਸੀ ਮਹਾਰਾਜ ਜੀ ਦੇ ਦੁਮਾਲੇ 'ਚ, ਜਿਹਦੇ ਹੁਣ ਵੀ ਦਰਸ਼ਨ ਕਰਾਏ ਜਾਂਦੇ ਹਨ, ਉਹ ਕੇਵਲ ਇੱਕ ਕਰਦ ਇਹਦੇ ਅੰਗੀਠੇ ਵਿੱਚੋਂ ਨਿਕਲੀ। ਸਿੰਘ ਹੈਰਾਨ ਨੇ ਕਿ ਸ਼ਸਤਰ ਸਤਿਗੁਰਾਂ ਦੇ ਕਿੱਥੇ ਗਏ। ਅਸਤੀ ਕੋ ਤੈ ਲੇਸ਼ ਨ ਕੋਈ। ਨਾ ਹੀ ਸਰੀਰ ਦੇ ਜਿਹੜੇ ਪੁਸ਼ਪ ਹੁੰਦੇ ਨੇ, ਫੁੱਲ ਵਗੈਰਾ, ਕਹਿੰਦੇ ਸਰੀਰ ਦਾ ਵੀ ਕੋਈ ਪੁਸ਼ਪ ਜਿਹੜਾ ਹੈ, ਸਰੀਰ ਦਾ ਕੋਈ ਹਿੱਸੇ ਦਾ ਵੀ ਜਿਹੜਾ ਹੱਡੀਆਂ ਦਾ ਜਾਂ ਪੁਸ਼ਪ ਦਾ, ਉਹ ਕੋਈ ਵੀ ਵਿੱਚ ਨਜ਼ਰ ਨਹੀਂ ਆਉਂਦਾ। ਸਿੰਘ ਬੜੇ ਹੈਰਾਨ ਹਨ। ਈਂਦਨ ਭਸਮ ਭਰੀ ਬੋਜੋਈ। ਕਹਿੰਦੇ ਕੇਵਲ ਬਾਲਣ ਦੀ ਜਿਹੜੀ ਭਸਮ ਹੈ, ਸਵਾਹ ਹੈ, ਉਹੀ ਪਈ ਹੋਈ ਹੈ। ਦੇਹ ਸਮੇਤ ਕੀ ਨਸ ਪ੍ਰਸਥਾਨਾ। ਸਿੰਘ ਕਹਿਣ ਲੱਗੇ ਸਤਿਗੁਰੂ ਜੀ ਸਣੇ ਦੇ ਪ੍ਰਸਥਾਨ ਕਰ ਗਏ ਨੇ, ਸੱਚਖੰਡ ਗਏ ਨੇ, ਜਿਵੇਂ ਧੰਨ ਗੁਰੂ ਨਾਨਕ ਸਾਹਿਬ ਗਏ ਸਨ। ਮਹਾਰਾਜ ਜੀ ਸਣੇ ਦੇ ਬੈਕੁੰਠ ਧਾਮ ਕਰ ਗਏ ਹਨ। ਮਗ ਗਮਨੇ ਪਿਖ ਨਿਸ਼ਚੇ ਠਾਨਾ। ਹੁਣ ਪੂਰਾ ਨਿਸ਼ਚਾ ਹੋ ਗਿਆ ਸਿੰਘਾਂ ਨੂੰ ਵੀ ਵਾਕਈ ਕੱਲ ਜਿਹੜਾ ਸੰਤ ਨੂੰ ਦਰਸ਼ਨ ਦਿੱਤੇ ਆ ਬਨ ਵਿੱਚ, ਲੱਕੜਾਂ ਇਕੱਠੀਆਂ ਕਰਕੇ ਲਿਆਉਣ ਵਾਲੇ ਸਿੰਘ ਨੂੰ ਦਰਸ਼ਨ ਦਿੱਤੇ ਆ, ਫਿਰ ਮਹਾਰਾਜ ਜੀ ਦਾ ਕੁਮੈਤ ਘੋੜਾ ਨਹੀਂ ਹੈ। ਹੁਣ ਇੱਥੇ ਪੂਰਾ ਨਿਸ਼ਚੇ ਹੋ ਗਿਆ ਸਿੰਘਾਂ ਨੂੰ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਾਜ਼ਰ ਨਾਜ਼ਰ ਹਨ। ਤਨ ਗੁਰੂ ਤੁਮਰੀ ਗਤ ਨਿਆਰੀ। ਨਿਰਨੇ ਕਰ ਕਰ ਸਭ ਨੇ ਉਚਾਰੀ। ਸਾਰੇ ਸਿੰਘ ਕਹਿੰਦੇ ਸਤਿਗੁਰੂ ਜੀ ਤੁਸੀਂ ਧੰਨ ਹੋ, ਧੰਨ ਹੋ, ਤੁਹਾਡੀ ਗਤ ਨਿਆਰੀ। ਮਹਾਰਾਜ ਤੁਹਾਡੀ ਗਤ ਮਿਤ ਨਿਆਰੀ ਹੈ। ਸਕਲ ਵਿਭੂਤ ਬਟੋਰ ਬਨਾਈ। ਸਿੰਘਾਂ ਨੇ ਸਾਰੀ ਜਿੰਨੀ ਭਸਮ ਸੀ, ਸਵਾਹ ਸੀ ਅੰਗੀਠੇ ਦੀ, ਉਹਨੂੰ ਇੱਕ ਜਗ੍ਹਾ ਤੇ ਇਕੱਠਾ ਕੀਤਾ। ਰਚਿਓ ਸਿੰਘਾਸਨ ਪੁਨ ਤਿਸ ਥਾਈ। ਉੱਥੇ ਇੱਕ ਥੜਾ ਸਿੰਘਾਸਣ ਜਿਹੜਾ ਸੀ ਉਹ ਸਿੰਘਾਂ ਨੇ ਬਣਾ ਦਿੱਤਾ। ਕੇਵਲ ਕਿਉਂਕਿ ਮਹਾਰਾਜ ਜੀ ਦਾ ਹੁਕਮ ਸੀ ਮੰਦਿਰ ਨਹੀਂ ਬਣਾਉਣਾ ਸਾਡਾ। ਅੰਗੀਠਾ ਜਿਹੜਾ ਸੀ ਉਹ ਸਿੰਘਾਂ ਨੇ ਉੱਥੇ ਚਿਣ ਕੇ ਇੱਕ ਥੜਾ ਜਿਹੜਾ ਸੀ ਬਣਾ ਕੇ ਉੱਤੇ ਸ਼ਸਤਰਾਂ ਦਾ ਪ੍ਰਕਾਸ਼ ਕੀਤਾ। ਜਿਹੜਾ ਦਰਬਾਰ ਬਣਾਇਆ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੇ 1832 ਈਸਵੀ ਨੂੰ ਦਰਬਾਰ ਬਣਾਇਆ। ਬਾਅਦ ਕਾਫੀ ਲੰਮੇ ਸਮੇਂ ਤੱਕ ਸੋਨੇ ਦੀ, ਸੰਗੇ ਮਰਮਰ ਦੀ ਸੇਵਾ, ਕਾਰ ਸੇਵਾ ਬਾਅਦ ਚ ਹੁੰਦੀ ਰਹੀ। ਆਰੰਭਤਾ ਜਿਹੜੀ ਸੀ ਮਹਾਰਾਜ ਜੀ ਦੇ ਤਖਤ ਸਾਹਿਬ ਦੇ ਦਰਬਾਰ ਦੀ ਬਣਾਉਣ ਦੀ, ਉਹ ਸ਼ੇਰੇ ਪੰਜਾਬ ਜੀ ਨੇ ਆਪਣੇ ਸਮੇਂ 1832 ਈਸਵੀ ਚ ਸ਼ੁਰੂ ਕਰ ਦਿੱਤੀ ਸੀ। ਪਰ ਜਿਹੜਾ ਅੰਦਰ ਅੰਗੀਠਾ ਹੈ, ਜਿਹਦੇ ਤੇ ਅੱਜ ਕੱਲ ਤਖਤ ਤੇ ਸ਼ਸਤਰ ਪ੍ਰਕਾਸ਼ਮਾਨ ਹਨ, ਆਪ ਜੀ ਦਰਸ਼ਨ ਕਰਦੇ ਹੋ, ਜਿੱਥੇ ਕੇਵਲ ਜਥੇਦਾਰ ਸਾਹਿਬ ਹੀ ਅੰਦਰ ਜਾ ਕੇ ਸੇਵਾ ਕਰ ਸਕਦੇ ਹਨ, ਹੋਰ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ। ਉਹ ਜਗ੍ਹਾ ਸਿੰਘਾਂ ਨੇ ਪਹਿਲਾਂ ਹੀ ਮਹਾਰਾਜ ਜੀ ਦੇ ਸਮੇਂ ਜਦੋਂ ਸਤਿਗੁਰੂ ਦਾ ਅੰਗੀਠਾ ਠੰਡਾ ਹੋਇਆ, ਉਹ ਭਸਮ ਸਾਰੀ ਇਕੱਠੀ ਕਰਕੇ ਉਸੇ ਜਗ੍ਹਾ ਤੇ ਮਹਾਰਾਜ ਜੀ ਦਾ ਸਿੰਘਾਸਣ ਬਣਾ ਦਿੱਤਾ। ਤਿਸ ਥਲ ਕੋ ਦਰਸ਼ਨ ਜੋ ਕਰੇ। ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਸ ਸਥਾਨ ਦੇ ਜਿਹੜਾ ਵੀ ਕੋਈ ਮਾਈ ਭਾਈ ਦਰਸ਼ਨ ਕਰਦਾ,
ਕਲਗੀਧਰ ਜੀ ਦੇ। ਖਾਲਸਾ ਜੀ ਅੱਜ ਕੱਲ੍ਹ ਤਾਂ ਬੜੇ ਸਾਧਨ ਹੋ ਗਏ ਜਾਣਦੇ। ਪੁਰਾਤਨ ਸਮਿਆਂ ਦੇ ਵਿੱਚ ਹਰ ਇੱਕ ਸਿੰਘ ਦੇ ਮਨ 'ਚ ਭਾਵਨਾ ਹੁੰਦੀ ਸੀ ਵੀ ਇੱਕ ਵਾਰ ਪਟਨਾ ਸਾਹਿਬ ਤੇ ਤਖਤ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ ਕਰਨੀ। ਪੈਦਲ ਚੱਲ ਕੇ ਜਾਣਾ ਪੈਂਦਾ ਸੀ। ਹੌਲੇ ਹੌਲੇ ਕਰਕੇ ਟ੍ਰੇਨਾਂ ਚੱਲਣ ਲੱਗ ਪਈਆਂ। ਉਹ ਵੀ ਕਈ ਕਈ ਦਿਨਾਂ ਬਾਅਦ ਜਾ ਕੇ ਟ੍ਰੇਨਾਂ ਟੁੱਟਵੀਆਂ ਲੈਣੀਆਂ ਪੈਂਦੀਆਂ, ਫਿਰ ਪਹੁੰਚਦੇ। ਤੇ ਜਿਹੜਾ ਸਿੰਘ ਜਾ ਕੇ ਦਰਸ਼ਨ ਕਰ ਆਉਂਦਾ ਸੀ ਨਾ, ਉਹ ਬੜੇ ਮਾਣ ਨਾਲ ਆ ਕੇ ਕਹਿੰਦਾ ਸੀ ਮੈਂ ਹਜ਼ੂਰੀ ਸਿੰਘ ਹਾਂ। ਯਾਨੀ ਕਿ ਹਜ਼ੂਰ ਸਾਹਿਬ ਗੁਰੂ ਕਲਗੀਧਰ ਦੇ ਦਰਬਾਰ ਦੀ ਹਾਜ਼ਰੀ ਭਰ ਕੇ ਆਇਆ, ਮੈਂ ਹਜ਼ੂਰੀ ਸਿੰਘ ਹਾਂ। ਇੱਕ ਪੁਸਤਕ ਅਕਾਲੀ ਕੌਰ ਸਿੰਘ ਜੀ ਨਿਹੰਗ ਸਿੰਘ ਜੀ ਨੇ ਲਿਖੀ ਸੀ ਕੁਝ ਸਮਾਂ ਪਹਿਲਾਂ, ਜਦੋਂ ਉੱਥੇ ਗਏ ਪੜਤਾਲ ਕਰਕੇ। ਉਸ ਪੁਸਤਕ ਦਾ ਨਾਂ ਸੀ ਹਜ਼ੂਰੀ ਸਾਥੀ। ਉਹ ਪੁਸਤਕ ਦੁਰਲਭ ਹੈ, ਹੁਣ ਛਪਦੀ ਨਹੀਂ ਹੈ, ਨਾ ਉਹ ਮਿਲਦੀ ਹੈ। ਉਹਦੇ ਵਿੱਚ ਉਹ ਸਾਰੇ ਸਿੰਘਾਂ ਦਾ ਜ਼ਿਕਰ, ਵੇਰਵਾ, ਜਿਵੇਂ ਜਿਵੇਂ ਸਿੰਘ ਬਾਅਦ ਵਿੱਚ ਉੱਥੇ ਘਾਲਣਾ ਘਾਲਦੇ ਰਹੇ, ਜਿਵੇਂ ਜਿਵੇਂ ਰਹੇ, ਉਹਨਾਂ ਦਾ ਸਾਰਾ ਜ਼ਿਕਰ ਅਕਾਲੀ ਜੀ ਨੇ ਕੀਤਾ। ਅਕਾਲੀ ਕੌਰ ਸਿੰਘ ਜੀ ਸਿੱਖ ਪੰਥ ਦੇ ਉਹ ਮਹਾਨ ਵਿਦਵਾਨ ਸਨ ਜਿਨ੍ਹਾਂ ਨੇ ਸਾਰਾ ਜੀਵਨ ਗੁਰੂ ਨਾਨਕ ਦੇ ਘਰ ਦੀ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਬਤੀਤ ਕੀਤਾ। ਪੰਥ ਦੇ ਜਿੰਨੇ ਗੁਰਮਤੇ ਹੁੰਦੇ ਸਨ ਉਹਨਾਂ ਵੇਲੇ, ਉਹਨਾਂ ਗੁਰਮਤਿਆਂ ਦੇ ਉੱਤੇ ਜਦੋਂ ਤੱਕ ਅਕਾਲੀ ਕੌਰ ਸਿੰਘ ਜੀ ਦੀ ਮੋਹਰ ਨਹੀਂ ਸੀ ਲੱਗਦੀ, ਉਦੋਂ ਤੱਕ ਉਸ ਮਤੇ ਨੂੰ ਅਧੂਰਾ ਸਮਝਿਆ ਜਾਂਦਾ ਸੀ। ਇਤਨਾ ਮਾਣ ਸੀ ਅਕਾਲੀ ਕੌਰ ਸਿੰਘ ਜੀ ਦਾ ਪੰਥ ਵਿੱਚ। ਖੈਰ, ਹੁਣ ਭਾਈ ਸਾਹਿਬ ਦੱਸ ਰਹੇ ਨੇ ਕਿ ਤਖਤ ਸਾਹਿਬ ਦੇ ਉਸ ਪਾਵਨ ਸਥਾਨ ਤੇ ਜਿਹੜਾ ਕੋਈ ਜਾ ਕੇ ਹਾਜ਼ਰੀ ਭਰਦਾ, ਦਰਸ਼ਨ ਕਰਦਾ, ਹੁਣ ਵੀ ਜਦੋਂ ਅੰਮ੍ਰਿਤ ਛਕਾਉਂਦੇ ਹੈ, ਬਕਾਇਦਾ ਕਿਹਾ ਜਾਂਦਾ ਹਰ ਇੱਕ ਸਿੱਖ ਨੇ ਆਪਣੇ ਜੀਵਨ ਵਿੱਚ ਤਖਤਾਂ ਦੀ ਯਾਤਰਾ ਕਰਨੀ। ਇਹ ਹੁਣ ਵੀ ਹੁਕਮ ਕੀਤਾ ਜਾਂਦਾ, ਤਾਂ ਪੁਰਾਤਨ ਸਮੇਂ ਤੋਂ ਇਹ ਮਰਿਆਦਾ ਹੈ। ਹਜ਼ੂਰ ਸਾਹਿਬ ਜਾ ਕੇ ਮਹਾਰਾਜ ਭਾਈ ਸਾਹਿਬ ਕਹਿੰਦੇ ਉਹ ਜਿਹੜਾ ਸਥਾਨ ਹੈ, ਉੱਥੇ ਜਿਹੜਾ ਜਾ ਕੇ ਨਮਸਕਾਰ ਕਰਦਾ, ਉਹਦੀਆਂ ਮਨੋਕਾਮਨਾਵਾਂ ਦੀ ਕਲਗੀਧਰ ਜੀ ਪੂਰਤੀ ਕਰਦੇ ਹਨ। ਜਨਮ ਜਨਮ ਕੇ ਪਾਤਕ ਟਰੈ, ਉਹਦੇ ਜਨਮਾਂ ਜਨਮਾਂ ਦੇ ਪਾਪ ਕੱਟੇ ਜਾਂਦੇ ਨੇ। ਜਿਹੜਾ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰੂ ਕਲਗੀਧਰ ਜੀ ਦੇ ਪਾਵਨ ਦਰਬਾਰ ਤੇ ਜਾ ਕੇ ਨਮਸਕਾਰ ਕਰਦਾ ਹੈ, ਅਧਿਕ ਪੁੰਨ ਕੋ ਪ੍ਰਾਪਤ ਹੋਏ, ਉਸ ਨੂੰ ਬੜੇ ਵੱਡੇ ਭਾਰੀ ਪੁੰਨ ਦਾ ਫਲ ਪ੍ਰਾਪਤ ਹੁੰਦਾ ਹੈ, ਵੱਡਾ ਮਹਾਤਮ ਪੁੰਨ ਪ੍ਰਾਪਤ ਹੁੰਦਾ ਹੈ। ਤਰੇ ਕਾਮਨਾ ਪੂਰਨ ਸੋਏ, ਜਿਹੜਾ ਜਿਹੜਾ ਜਾ ਕੇ ਮਾਈ ਭਾਈ ਜਿਹੜੀ ਕੋਈ ਮਨੋਕਾਮਨਾ ਉੱਥੇ ਕਰਦਾ, ਉਹਦੀ ਉਸ ਮਨੋਕਾਮਨਾ ਦੀ ਪੂਰਤੀ ਗੁਰੂ ਕਲਗੀਧਰ ਜੀ ਕਰਦੇ ਹਨ। ਤਖਤ ਸਾਹਿਬ ਜਿਹੜਾ ਵੀ ਕੋਈ ਮਾਈ ਭਾਈ ਜਾ ਕੇ ਹਾਜ਼ਰੀ ਭਰਦਾ ਹੈ ਔਰ ਜੋ ਕਾਮਨਾ ਕਰਦਾ ਹੈ, ਕਲਗੀਧਰ ਪਾਤਸ਼ਾਹ ਉਹਦੀਆਂ ਕਾਮਨਾਵਾਂ ਪੂਰਨ ਕਰਦੇ ਹਨ। ਕਬਿਤ ਸੁਣੋ ਹੁਣ ਤਖਤ ਸਾਹਿਬ ਦੇ ਸੋਭਾ, ਸੁਰਤ ਲੈ ਚੱਲੋ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਸਾਨੂੰ ਦਰਸ਼ਨ ਕਰਾਉਣ ਲੱਗੇ ਹਨ ਤਖਤ ਸਾਹਿਬ ਦੇ। ਸੁਣੋ ਭਾਈ। ਸੁੰਦਰ ਗੋਦਾਵਰੀ ਬਹੀਨ ਮਲ ਚੱਲੇ ਜਲ, ਕਹਿੰਦੇ ਜਿੱਥੇ ਸੋਹਣੀ ਸੁੰਦਰ ਗੋਦਾਵਰੀ ਨਦੀ ਵਗਦੀ, ਸੁੰਦਰ ਨਿਰਮਲ ਜਲ ਸਾਹਿਬ ਜਿੱਥੇ ਗੋਦਾਵਰੀ ਨਦੀ ਵਗਦੀ ਹੈ, ਸਲਤਾ ਸੁਤੁਲ ਗੰਗਾ ਕੂਲ ਛਬ ਪਾਵਈ। ਕਹਿੰਦੇ ਜਿਵੇਂ ਗੰਗਾ ਦਾ ਕਿਨਾਰਾ ਹੁੰਦਾ ਨਾ, ਗੰਗਾ ਨੂੰ ਪਵਿੱਤਰ ਕਿਹਾ ਜਾਂਦਾ ਹੈ ਤੇ ਗੰਗਾ ਦਾ ਕਿਨਾਰਾ ਬੜਾ ਸੁੰਦਰ ਕਿਹਾ ਜਾਂਦਾ ਹੈ। ਕਹਿੰਦੇ ਭਾਈ ਇਹ ਗੋਦਾਵਰੀ ਦਾ ਕਿਨਾਰਾ ਵੀ ਗੰਗਾ ਦੇ ਕਿਨਾਰੇ ਤੁਲ ਬੜਾ ਸੁੰਦਰ ਪਵਿੱਤਰ ਹੈ। ਕਿਉਂ ਪਵਿੱਤਰ ਹੈ? ਕਿਉਂਕਿ ਗੋਦਾਵਰੀ ਦੇ ਇਸ ਕਿਨਾਰੇ ਤੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਰਨ ਪਾਏ ਹਨ। ਖਰੇ ਖਰੇ ਤਰੁ ਖਰੇ ਹਰੇ ਹਰੇ ਪਾਤ ਜਰੇ, ਖਰੇ ਖਰੇ ਵਧੀਆ ਵਧੀਆ ਦਰਖਤ ਹਰੇ ਰੰਗ ਦੇ ਗੋਦਾਵਰੀ ਦੇ ਆਲੇ ਦੁਆਲੇ ਦੂਰ ਤੱਕ ਨਜ਼ਰ ਆਉਂਦੇ, ਜਿਨ੍ਹਾਂ ਦੇ ਹਰੇ ਹਰੇ ਪੱਤੇ ਦਿਸਦੇ ਹਨ। ਪਾਤ ਪਾਤ ਕਰੇ ਛਾਏ ਸੰਗਨੀ ਕੋ ਛਾਵਈ। ਕਹਿੰਦੇ ਦਰਖਤਾਂ ਦੀਆਂ ਬਹੁਤ ਪੰਗਤਾਂ ਦੂਰ ਦੂਰ ਤੱਕ ਦਿਸਦੀਆਂ ਹਨ ਤੇ ਉਹਨਾਂ ਦੀ ਸੰਘਣੀ ਛਾਂ ਚਾਰੇ ਪਾਸੇ ਰਮਣੀਕ ਨਜ਼ਰ ਆਉਂਦੀ ਹੈ। ਬੋਲਤ ਬੇਹੰਗ ਰੰਗ ਰੰਗ ਕੇ ਉਤੰਗ, ਔਰ ਕਈ ਰੰਗਾਂ ਦੇ ਪੰਛੀ ਉਹਨਾਂ ਦਰਖਤਾਂ ਦੇ ਉੱਤੇ ਚੋਹ ਚਹਾਉਂਦੇ ਹਨ।
ਭਾਈ ਸਾਹਿਬ ਨੇ ਜਿਸ ਵੇਲੇ ਲਿਖਿਆ ਉਦੋਂ ਦਾ ਵਰਤਾਰਾ। ਹੁਣ ਤਾਂ ਜਿਵੇਂ ਜਿਵੇਂ ਸਮਾਂ ਬੀਤਿਆ ਵਾਤਾਵਰਣ ਦੇ ਵਿੱਚ ਤਬਦੀਲੀਆਂ ਆਈਆਂ ਹਨ, ਦਰਖਤ ਕੱਟੇ ਗਏ, ਆ ਜਿਹੜੀਆਂ ਟਾਵਰ ਵਗੈਰਾ ਲੱਗੇ ਉਹਨਾਂ ਨਾਲ ਬਹੁਤ ਸਾਰੇ ਪੰਛੀ ਸਮਾਪਤ ਹੋ ਗਏ। ਸਾਡੇ ਵੇਖਦਿਆਂ ਵੇਖਦਿਆਂ ਕਿੰਨੇ ਪੰਛੀ ਜਿਹੜੇ ਸਨ ਉਹ ਸਮਾਪਤ ਹੋਏ ਨੇ। ਵੇਖਦਿਆਂ ਵੇਖਦਿਆਂ ਇਹ ਨਦੀਆਂ ਦਰਿਆ ਕਿਵੇਂ ਗੰਧਲੇ ਹੋਏ ਨੇ ਮਨੁੱਖ ਦੀ ਗੰਦਗੀ ਕਾਰਨ। ਤੋ ਭਾਈ ਸਾਹਿਬ ਜਦੋਂ ਇਹ ਕਥਾ ਲਿਖ ਰਹੇ ਨੇ ਉਸ ਵੇਲੇ ਦਾ ਵਰਤਾਰਾ, ਕਹਿੰਦੇ ਰੰਗ ਰੰਗ ਦੇ ਬੜੇ ਸੁੰਦਰ ਪੰਛੀ ਉਹਨਾਂ ਦਰਖਤਾਂ ਦੇ ਉੱਤੇ ਚੋਚਹਾਉਂਦੇ ਨਜ਼ਰ ਆਉਂਦੇ ਹਨ। ਧੰਨ ਸ਼੍ਰੀ ਗੋਬਿੰਦ ਸਿੰਘ ਕੋ ਸਿੰਘਾਸਨ ਸੁਹਾਵਈ। ਕਹਿੰਦੇ ਗੋਦਾਵਰੀ ਦੇ ਕਿਨਾਰੇ ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਤਖਤ ਸਿੰਘਾਸਣ ਸ਼ੋਭਨੀਕ ਹੋ ਰਿਹਾ ਹੈ। ਸਿੰਘਾਸਣ ਹੈ ਨਾ, ਤਖਤ ਤਾਂ ਹੀ ਕਹਿੰਦੇ ਆ ਨਾ। ਤਖਤ ਦਾ ਮਤਲਬ ਮਹਾਰਾਜ ਜੀ ਦਾ ਸਿੰਘਾਸਣ ਜਿਹਦੇ ਤੇ ਸਤਿਗੁਰੂ ਜੀ ਬਿਰਾਜਮਾਨ ਹਨ। ਕਹਿੰਦੇ ਐਸਾ ਤਖਤ ਮਹਾਰਾਜ ਜੀ ਦਾ ਸੋਹਣਾ ਸਿੰਘਾਸਣ ਉੱਥੇ ਪ੍ਰਕਾਸ਼ਮਾਨ ਹੈ। ਜਾਏ ਦਰਸਾਵਈ ਮਨੋਰਥ ਉਠਾਵਈ। ਜਿਹੜਾ ਮਾਈ ਭਾਈ ਜਾ ਕੇ ਮਹਾਰਾਜ ਜੀ ਦੇ ਸਿੰਘਾਸਣ ਦੇ ਤਖਤ ਤੇ ਦਰਸ਼ਨ ਕਰਦਾ ਹੈ ਔਰ ਦਰਸ਼ਨ ਕਰਕੇ ਆਪਣੇ ਮਨ 'ਚ ਜਿਹੜਾ ਮਨੋਰਥ ਕਰਦਾ ਹੈ ਸੋ ਕਾਮਨਾ ਕੋ ਪਾਵਈ ਸੰਤੋਖ ਸਿੰਘ ਗਾਵਈ। ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਦੀਆਂ ਉਹ ਕਾਮਨਾਵਾਂ, ਉਹਦੇ ਉਹ ਮਨੋਰਥ ਮਹਾਰਾਜ ਜੀ ਦੇ ਤਖਤ ਸਾਹਿਬ ਤੋਂ ਜਾ ਕੇ ਪੂਰਨ ਹੁੰਦੇ ਹਨ। ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲਿਆਂ ਨੇ ਮਨੋਰਥ ਕੀਤਾ ਕਿ ਮੈਨੂੰ ਬਾਜਾਂ ਵਾਲੇ ਕਲਗੀਧਰ ਦਰਸ਼ਨ ਦੇਣ। ਉਹਨਾਂ ਇਹ ਮਨੋਰਥ ਕੀਤਾ ਜਾ ਕੇ ਤੇ ਗੋਦਾਵਰੀ ਦੇ ਕਿਨਾਰੇ ਬਹਿ ਕੇ ਜਿਉਂ ਰੱਬੀ ਰੰਗ ਦੇ ਵਿੱਚ ਭਜਨ 'ਚ ਮਸਤ ਹੋਏ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਪ੍ਰਤੱਖ ਹੋ ਕੇ ਸੰਤ ਅਤਰ ਸਿੰਘ ਜੀ ਨੂੰ ਆਪਣੇ ਦਰਸ਼ਨ ਦੇ ਕੇ ਕਿਰਤਾਰਥ ਕੀਤਾ। ਕਈ ਦਿਨ ਭੁੱਖੇ ਰਹੇ, ਭੋਜਨ ਨਹੀਂ ਸੀ ਛਕਿਆ। ਤਖਤ ਸਾਹਿਬ ਦੇ ਪੁਜਾਰੀ ਸਿੰਘ ਨੂੰ ਕਲਗੀਧਰ ਜੀ ਨੇ ਹੁਕਮ ਕੀਤਾ, ਜਾਓ ਉੱਥੇ ਸਾਡਾ ਸਿੰਘ ਕਈ ਦਿਨਾਂ ਤੋਂ ਭੁੱਖਾ, ਉਹਦੇ ਜਾ ਕੇ ਭੋਜਨ ਦਾ ਪ੍ਰਬੰਧ ਕਰੋ। ਫਿਰ ਸੰਤ ਅਤਰ ਸਿੰਘ ਜੀ ਦੇ ਮਨ 'ਚ ਨਿਸ਼ਚਾ ਹੋਇਆ ਕਿ ਸਾਹਿਬ ਅੱਜ ਵੀ ਇੱਥੇ ਹਾਜ਼ਰ ਹਨ। ਤੋ ਜਿਹੜਾ ਕੋਈ ਮਨ ਦਾ ਮਨੋਰਥ ਧਾਰਨ ਕਰਕੇ ਪਾਵਨ ਸਥਾਨ ਤੇ ਯਾਤਰਾ ਕਰਦਾ, ਦਰਸ਼ਨ ਦੀਦਾਰ ਕਰਦਾ, ਮਹਾਰਾਜ ਜੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਹਨ। ਅਬ ਚਲ ਨਗਰ ਉਜਾਗਰ ਸਗਰ ਜਗ। ਇਹ ਅਬ ਚਲ ਨਗਰ ਹੈ ਸਤਿਗੁਰਾਂ ਦਾ, ਇਹ ਸਾਰੇ ਜਗਤ ਵਿੱਚ ਉਜਾਗਰ ਹੈ, ਪ੍ਰਗਟ ਹੈ। ਜ਼ਾਹਿਰ ਜ਼ਹੂਰ ਜਹਾਂ ਜੋਤ ਹੈ ਜ਼ਬਰ ਜਾਨ। ਜਿੱਥੇ ਜ਼ਾਹਰਾਂ ਜ਼ਹੂਰ ਪ੍ਰਤੱਖ ਜੋਤ ਗੁਰੂ ਕਲਗੀਧਰ ਜੀ ਦੀ ਬਿਰਾਜਮਾਨ ਹੈ। ਜ਼ਾਹਰਾਂ ਜ਼ਹੂਰ ਨੇ ਮਹਾਰਾਜ ਤਖਤ ਸਾਹਿਬ ਵਾਲੇ ਹੈਣ ਸਾਰੀਆਂ ਥਾਵਾਂ ਤੇ ਹੀ ਸਤਿਗੁਰੂ। ਪਾਣੀ ਤਾਂ ਸਾਰੀ ਧਰਤੀ ਤੇ ਹੈ, ਸਰੋਵਰਾਂ ਵਿੱਚ ਪਰ ਖਾਸ ਕਰਕੇ ਆ ਨਾ ਇੱਥੇ ਪ੍ਰਤੱਖ ਦਿਸਦਾ, ਤਾਲਾਂ ਨਦੀਆਂ 'ਚ ਪ੍ਰਤੱਖ ਦਿਸਦਾ। ਕਲਗੀਧਰ ਸਰਬ ਥਾਈਂ ਵਿਆਪਕ ਨੇ, ਪਰ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਵਿਖੇ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਜ਼ਾਹਰਾਂ ਜ਼ਹੂਰ ਨੇ। ਉੱਥੇ ਉਹਨਾਂ ਦੀ ਜੋਤ ਜ਼ਾਹਰਾਂ ਜ਼ਹੂਰ ਬਿਰਾਜਮਾਨ ਹੈ। ਖੰਡੇ ਹੈ ਪ੍ਰਚੰਡ ਖਰ ਖੜਗ ਕੋ ਦੰਡ ਧਰੇ। ਹੁਣ ਅੰਗੀਠਾ ਸਾਹਿਬ ਦੇ ਜਿੱਥੇ ਮਹਾਰਾਜ ਜੀ ਦਾ ਤਖਤ ਹੈ, ਸਿੰਘਾਸਣ ਹੈ, ਉਹਦਾ ਸਰੂਪ ਕਹਿੰਦੇ ਜਿੱਥੇ ਹਜ਼ਾਰਾਂ ਦੀ ਗਿਣਤੀ 'ਚ ਖੰਡੇ, ਤਲਵਾਰਾਂ, ਜਿਨ੍ਹਾਂ ਦਾ ਬੜਾ ਪ੍ਰਚੰਡ ਤੇ ਭਿਆਨਕ ਰੂਪ ਹੈ। ਹਜ਼ਾਰਾਂ ਸ਼ਸਤਰ ਨੇ ਖਾਲਸਾ ਜੀ ਤਖਤ ਸਾਹਿਬ ਤੇ, ਹਜ਼ਾਰਾਂ। ਸਿੰਘ ਸਾਹਿਬ ਜਥੇਦਾਰ ਸਾਹਿਬ ਪਹਿਲਾਂ ਸੁਬਾਹ ਅੰਮ੍ਰਿਤ ਵੇਲੇ ਜਾ ਕਰਕੇ ਤਕਰੀਬਨ 1-1:30 ਵਜੇ ਤੋਂ ਸ਼ਸਤਰ ਸਜਾਣੇ ਸ਼ੁਰੂ ਕਰਦੇ ਔਰ ਤਕਰੀਬਨ 5 ਵਜੇ ਤੱਕ ਸ਼ਸਤਰ ਸਜਾਉਂਦੇ ਨੇ। ਫਿਰ ਉਹਨਾਂ ਸਾਰੇ ਸ਼ਸਤਰਾਂ ਨੂੰ ਰਾਤ ਵੇਲੇ ਸੁਖਾਸਣ ਕਰਦੇ ਆ ਸ਼ਸਤਰਾਂ ਦਾ। ਔਰ ਹਜ਼ਾਰਾਂ ਸ਼ਸਤਰ ਨੇ। ਕੋਈ ਦਿਨ ਨਹੀਂ ਐਸਾ ਹੋਵੇ ਜਦੋਂ ਸਿੰਘ ਸਾਹਿਬ ਜੀ ਉਹ ਸ਼ਸਤਰਾਂ ਨੂੰ ਸਜਾਉਂਦੇ ਆ, ਕਿਉਂਕਿ ਬੜੀ ਤੇਜ਼ੀ ਨਾਲ ਸ਼ਸਤਰ ਸਜਾਣੇ ਪੈਂਦੇ ਹਨ। ਕਈ ਵਾਰ ਉਹਨਾਂ ਸ਼ਸਤਰਾਂ ਦੀਆਂ ਨੋਕਾਂ, ਧਾਰਾਂ ਉਹ ਸਿੰਘ ਸਾਹਿਬ ਜੀ ਦੇ ਸਰੀਰ ਦੇ ਉੱਤੇ ਲੱਗ ਜਾਂਦੀਆਂ, ਜ਼ਖਮੀ ਵੀ ਹੋ ਜਾਂਦੇ। ਔਰ ਅੰਦਰ ਇਤਨਾ ਉਹਨਾਂ ਦਾ ਭਾਵਨਾ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਸ਼ਸਤਰਾਂ ਪ੍ਰਤੀ, ਕਿਉਂਕਿ ਸਾਰੇ ਸ਼ਸਤਰ ਪੁਰਾਤਨ ਸਿੰਘਾਂ ਦੇ ਨੇ। ਕਲਗੀਧਰ ਜੀ ਦੇ ਸ਼ਸਤਰ ਨੇ ਬਹੁਤੇ ਉਹਨਾਂ ਵਿੱਚ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸ਼ਸਤਰ ਨੇ, ਅਕਾਲੀ ਫੂਲਾ ਸਿੰਘ ਜੀ ਵਰਗੇ ਸਿੰਘਾਂ ਦੇ ਜਥੇਦਾਰਾਂ ਦੇ ਉੱਥੇ ਸ਼ਸਤਰ ਨੇ। ਅੰਦਰ ਏਸੀ ਨਹੀਂ ਲਵਾਉਂਦੇ, ਕਹਿੰਦੇ ਏਸੀ ਲੱਗੇਗਾ ਉਹਦੇ ਨਾਲ ਸ਼ਸਤਰਾਂ ਦੇ ਵਿੱਚ
ਕਿ ਮੌਸਮ ਸਿੱਲਾ ਹੋਵੇਗਾ ਤੇ ਜੰਗਾਲ ਫੜਨਗੇ ਔਰ ਬੜੀ ਭਾਵਨਾ ਨਾਲ ਸੇਵਾ ਕਰਦੇ। ਭਾਈ ਸਾਹਿਬ ਉਹਨਾਂ ਸ਼ਸਤਰਾਂ ਦੇ ਦਰਸ਼ਨ ਕਰਾ ਰਹੇ ਮਹਾਕਵੀ ਜੀ। ਕਹਿੰਦੇ ਚਾਰੇ ਪਾਸੇ ਜਬ ਖੰਡੇ ਹੈ ਪ੍ਰਚੰਡ ਖਾਰ ਖੜਗ ਕੋਦੰਡ ਧਰੇ, ਜਿੱਥੇ ਬੜੇ ਬੜੇ ਤਿੱਖੇ ਪ੍ਰਚੰਡ ਖੰਡੇ ਨੇ, ਤਿੱਖੀਆਂ ਤਲਵਾਰਾਂ ਨੇ, ਕੋਦੰਡ ਕਈ ਕਮਾਨ ਜਿਹੜੇ ਨੇ ਮਹਾਰਾਜ ਜੀ ਦੇ ਸਮੇਂ ਦੇ ਸਿੰਘਾਂ ਦੇ, ਉਹ ਵੀ ਉੱਥੇ ਸ਼ੋਭਨੀਕ ਹਨ। ਖੰਜਰ ਤੁਫੰਗ ਪੁੰਜ ਕਰਦ ਕਿਰਪਾਨ ਬਾਨ, ਕਈ ਖੰਜਰ ਪਏ ਨੇ, ਤੁਫੰਗਾਂ ਬੰਦੂਕਾਂ ਪੜੀਆਂ ਪਈਆਂ ਹੋਈਆਂ ਨੇ, ਛੋਟੇ ਤਮੰਚੇ ਜਿਹੜੇ ਹੁੰਦੇ ਨੇ ਉਹ ਪਈਆਂ ਹੋਈਆਂ, ਛੋਟੀਆਂ ਕਰਦਾਂ ਤੇ ਕਿਰਪਾਨਾਂ ਤੇ ਤੀਰ ਸ਼ੋਭਨੀਕ ਹਨ ਤਖਤ ਤੇ। ਸ਼ਕਤੀ ਸਰੋਈ ਸੈਫ ਸਾਂਗ ਜਮ ਦਾੜ ਚੱਕਰ, ਸ਼ਕਤੀ ਕਹੀਏ ਬਰਛੀਆਂ ਔਰ ਇਸੇ ਤਰ੍ਹਾਂ ਸਰੋਈ ਤਲਵਾਰਾਂ, ਸੈਫ ਤਲਵਾਰਾਂ, ਸਾਂਗ ਜਿਹੜੀ ਵੱਡੀ ਬਰਛੀ ਹੁੰਦੀ ਆ, ਜਮਦਾੜਾਂ ਤੇ ਚੱਕਰ ਔਰ ਅਨੇਕਾਂ ਭਾਲੇ ਤੇ ਸ਼ਸਤਰ ਉੱਥੇ ਸ਼ੋਭਨੀਕ ਹਨ। ਟਾਲੇ ਗਨ ਪਾਲੇ ਰਿਪ ਕਾਲੇ ਛਿਪਰ ਜੰਗ ਠਾਨ, ਬਹੁਤ ਸਾਰੇ ਢਾਲੇ, ਬਹੁਤ ਸਾਰੇ ਵੱਡੇ ਵੱਡੇ ਭਾਲੇ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਵੈਰੀਆਂ ਦੇ ਆਹੂ ਲਾਣ ਵਾਲੇ ਹਨ, ਉਹ ਤਖਤ ਸਾਹਿਬ ਤੇ ਸ਼ੋਭਨੀਕ ਹਨ। ਚਮਕਤ ਚਾਰੋਂ ਔਰ ਘੋਰ ਰੂਪ ਕਾਲ ਕਾ ਕੋ, ਕਹਿੰਦੇ ਚਾਰ ਦਰਵਾਜ਼ੇ ਨੇ ਨਾ ਚਾਰੇ ਪਾਸੇ, ਜਦੋਂ ਚਾਰੇ ਪਾਸੇ ਪਰਿਕਰਮਾ ਕਰਕੇ ਸ਼ਸਤਰਾਂ ਨੂੰ ਵੇਖੀਦਾ ਨਾ ਦਰਵਾਜ਼ੇ ਖੁੱਲਿਆਂ ਦੇ, ਕਹਿੰਦੇ ਉਹ ਸ਼ਸਤਰ ਅੰਦਰ ਚਮਕਦੇ ਏਦਾਂ ਜਾਪਦੇ ਨੇ ਜਿਵੇਂ ਕਾਲਕਾ ਦਾ ਭਿਆਨਕ ਰੂਪ ਸ਼ਸਤਰਾਂ ਦੇ ਵਿੱਚ ਬਿਰਾਜਮਾਨ ਹੋਵੇ। ਕਾਲਕਾ ਕਹੀਏ ਜੋ ਕਾਲ ਹੈ ਸਾਰੇ ਜਗਤ ਦਾ, ਕਹਿੰਦੇ ਉਹ ਕਾਲ ਰੂਪ ਹੋ ਕੇ ਮਾਨੋ ਅਕਾਲ ਦੀ ਸ਼ਕਤੀ ਉਹਨਾਂ ਸ਼ਸਤਰਾਂ ਵਿੱਚ ਪ੍ਰਕਾਸ਼ਿਤ ਹੋ ਕਰਕੇ ਦਰਸ਼ਨ ਦੇ ਰਹੀ ਹੋਵੇ। ਬੰਦ ਨਾ ਕਰਤ ਕਵੀ ਜੋਰ ਪਾਨ ਤਾਹੀ ਥਾਨ, ਮਹਾਕਵੀ ਭਾਈ ਸਾਹਿਬ ਉਸ ਸਥਾਨ ਦਾ ਧਿਆਨ ਧਾਰ ਕੇ, ਕਹਿੰਦੇ ਉਸ ਜਗ੍ਹਾ ਦਾ, ਉਸ ਤਖਤ ਸਾਹਿਬ ਦਾ, ਮਹਾਰਾਜ ਜੀ ਦੇ ਪਾਵਨ ਸਿੰਘਾਸਣ ਦਾ, ਸੋਹਣਿਆਂ ਸ਼ਸਤਰਾਂ ਦਾ ਧਿਆਨ ਧਾਰਨ ਕਰਕੇ ਮੈਂ ਉਸ ਜਗ੍ਹਾ ਤੇ ਸੀਸ ਟਿਕਾ ਕੇ ਮੱਥਾ ਟੇਕਦਾ ਹਾਂ, ਨਮਸਕਾਰ ਕਰਦਾ ਹਾਂ, ਬੰਦਨਾ ਕਰਦਾ ਹਾਂ। ਜੋ ਭਾਈ ਅਬ ਲਗ ਤਿਸ ਤਲ ਜੋਤ ਬਿਰਾਜਤ, ਭਾਈ ਸਾਹਿਬ ਕਹਿੰਦੇ ਅੱਜ ਤਾਈਂ ਸਤਿਗੁਰੂ ਜੀ ਦੀ ਪਾਵਨ ਜੋਤ ਉੱਥੇ ਬਿਰਾਜਮਾਨ ਹੈ। ਅੱਜ ਵੀ ਮਹਾਰਾਜ ਜੀ ਉੱਥੇ ਹਾਜ਼ਰ ਨਾਜ਼ਰ, ਤਦੇ ਤੇ ਹਜੂਰ ਸਾਹਿਬ ਕਹਿੰਦੇ ਆ ਨਾ। ਹਜੂਰ ਦਾ ਮਤਲਬ ਜਿੱਥੇ ਹਾਜ਼ਰ ਨੇ, ਤਖਤ ਸਾਹਿਬ ਦਾ ਨਾਂ ਹਜੂਰ ਸਾਹਿਬ ਹੈ ਨਾ। ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਅਬਚਲ ਨਗਰ ਨਾਂਦੇੜ, ਐਸੇ ਪਾਵਨ ਸਥਾਨ ਤੇ ਹਜੂਰ ਦਾ ਮਤਲਬ ਜਿੱਥੇ ਹਾਜ਼ਰ ਹੋਣ ਹਮੇਸ਼ਾ। ਕਹਿੰਦੇ ਅੱਜ ਵੀ ਮਹਾਰਾਜ ਜੀ ਦੀ ਪਾਵਨ ਜੋਤ ਉੱਥੇ ਹਮੇਸ਼ਾ ਹਾਜ਼ਰ ਹੈ। ਦਰਸ਼ਨ ਕਰੇ ਪਾਪ ਗਨ ਭਾਜਤ, ਜਿਹੜਾ ਕੋਈ ਮਾਈ ਭਾਈ ਸਤਿਗੁਰਾਂ ਦੇ ਪਾਵਨ ਸਥਾਨ ਦੇ ਦਰਸ਼ਨ ਕਰਦਾ, ਉਹਦੇ ਸਾਰੇ ਪਾਪ ਨਸ਼ਟ ਭ੍ਰਸ਼ਟ ਹੋ ਜਾਂਦੇ ਹਨ, ਉਹਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ। ਕੰਚਨ ਦੇਤ ਕਸੋਟੀ ਜੈਸੇ, ਕਹਿੰਦੇ ਜਿਵੇਂ ਸੋਨੇ ਨੂੰ ਕਸਵੱਟੀ ਲਾਈ ਜਾਂਦੀ ਹੈ, ਸਿੱਖ ਕੋ ਪਰਖਤ ਬਖਸ਼ੇ ਤੈਸੇ, ਇਸੇ ਤਰ੍ਹਾਂ ਸਤਿਗੁਰੂ ਜੀ ਵੀ ਆਪਣੇ ਸਿੱਖ ਨੂੰ ਪਰਖ ਕੇ ਫਿਰ ਉਹਨੂੰ ਬਖਸ਼ਦੇ ਨੇ। ਕਸੌਟੀ ਲਾ ਕੇ ਆਪਣੇ ਸਿੱਖ ਦੀ ਪਰਖ ਕਰਕੇ ਮਹਾਰਾਜ ਜੀ ਬਖਸ਼ਦੇ ਹਨ। ਗੁਰੂ ਬੈਕੁੰਠ ਗਮਨ ਕੇ ਪਾਛੇ, ਇਸ ਤਰ੍ਹਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਜਦੋਂ ਬੈਕੁੰਠ ਚਲੇ ਗਏ, ਸੱਚਖੰਡ ਚਲੇ ਗਏ, ਤਾਂ ਪਿੱਛੇ ਸਿੰਘਾਂ ਦੇ ਮਨਾਂ ਵਿੱਚ ਵੈਰਾਗ ਵੀ ਹੈ, ਪਰ ਨਾਲ ਇਹ ਵੀ ਜਾਣਦੇ ਨੇ ਕਿ ਸਤਿਗੁਰੂ ਜੀ ਹਾਜ਼ਰ ਹੀ ਨੇ, ਪ੍ਰਤੱਖ ਹੀ ਨੇ, ਉਹਨਾਂ ਦੀ ਜੋਤ ਇੱਥੇ ਹੀ। ਅੱਜ ਵੀ ਬਹੁਤ ਸਾਰੇ ਸਿੰਘਾਂ ਦੇ ਜਿਹੜੇ ਪਰਿਵਾਰ ਕਲਗੀਧਰ ਜੀ ਦੇ ਸਮੇਂ ਕੁਝ ਸਿੰਘ ਉੱਥੇ ਗਏ ਸਨ, ਉਹਨਾਂ ਦੇ ਪਰਿਵਾਰਾਂ ਵਿੱਚੋਂ ਕਈ ਸਿੰਘ ਉੱਥੇ ਹੀ ਰਹਿ ਗਏ। ਉਹ ਸੀਨੇ ਬਸੀਨੇ ਅੰਸ ਬੰਸਾਂ ਉਹਨਾਂ ਦੀਆਂ ਉੱਥੇ ਚੱਲਦੀਆਂ ਆਉਂਦੀਆਂ। ਕੁਝ ਸਿੰਘ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਸਮੇਂ ਗਏ, ਫਿਰ ਅੱਗੋਂ ਉਹਨਾਂ ਦੇ ਪਰਿਵਾਰ ਉੱਥੇ ਵਧੇ ਫੁੱਲੇ। ਹੈਦਰਾਬਾਦ ਦੇ ਨਿਜ਼ਾਮ ਲਈ ਖਾਲਸਾ ਫੌਜ ਗਈ, ਤਕਰੀਬਨ 11,000 ਤੋਂ ਵੱਧ ਫੌਜਾਂ ਗਈਆਂ, ਉਹ ਵੀ ਉੱਥੇ ਜਾ ਕੇ ਵਸ ਗਏ। ਉਹਨਾਂ ਦੇ ਪਰਿਵਾਰ ਉੱਥੇ ਹੈਦਰਾਬਾਦ ਦੇ ਇਲਾਕੇ 'ਚ ਵਸਦੇ ਹਨ। ਤੋ ਇਸ ਪ੍ਰਕਾਰ ਮਹਾਰਾਜ ਜੀ ਦੇ ਪਾਵਨ ਸਥਾਨ ਦੀ ਸੋਭਾ ਉਹ ਪ੍ਰਗਟ ਹੁੰਦੀ ਹੈ। ਗੁਰੂ ਬੈਕੁੰਠ ਗਮਨੇ ਕੇ ਪਾਛੇ, ਜਦੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਸੱਚਖੰਡ ਚਲੇ ਗਏ, ਰਹੇ ਸਿੰਘ ਕੇ ਤਕਦੇ ਨੇ ਆਛੇ, ਕੁਝ ਦਿਨ ਸਿੰਘ ਉੱਥੇ ਭਲੀ ਪ੍ਰਕਾਰ ਨਾਲ ਰਹੇ।
ਉੱਥੇ ਹੀ ਸਿੰਘਾਂ ਨੇ ਨਿਵਾਸ ਰੱਖਿਆ। ਕੁਝ ਸਿੰਘਾਂ ਨੇ ਪੁਨ ਪੁਨ ਜੈ ਜੈ ਜਿਸ ਕੋ ਆਇਸ। ਫਿਰ ਜਿਵੇਂ ਜਿਵੇਂ ਕਈ ਸਿੰਘਾਂ ਨੂੰ ਮਹਾਰਾਜ ਜੀ ਹੁਕਮ ਕਰ ਗਏ ਸੀ, ਆਗਿਆ ਕਰ ਗਏ ਸੀ ਵੀ ਤੁਸੀਂ ਭਾਈ ਫਲਾਣੀ ਨਗਰ ਆਪਣੀ ਥਾਂ ਚਲੇ ਜਾਇਓ, ਤੂੰ ਫਲਾਣੀ, ਜਿਨ੍ਹਾਂ ਦੀ ਡਿਊਟੀ ਉੱਥੇ ਲਾਈ, ਭਾਈ ਸੰਤੋਖ ਸਿੰਘ ਵਰਗੇ ਕੁਝ ਸਿੰਘਾਂ ਦੀ ਉੱਥੇ ਰਹੇ, ਤੇ ਬਾਕੀ ਸਾਰੇ ਸਿੰਘਾਂ ਨੂੰ ਜਿਵੇਂ ਜਿਵੇਂ ਸਤਿਗੁਰੂ ਜੀ ਨੇ ਹੁਕਮ ਲਾਇਆ ਸੀ ਜਿੱਥੇ ਜਿੱਥੇ ਜਾਣ ਦਾ, ਉਹ ਤਖਤ ਸਾਹਿਬ ਦੇ ਪਾਵਨ ਸਥਾਨ ਤੇ ਨਮਸਕਾਰ ਕਰਕੇ ਵਿਦਾਇਗੀ ਦੀ ਅਰਦਾਸ ਕਰਕੇ ਮਹਾਰਾਜ ਜੀ ਕੋਲੋਂ ਜਾਣ ਲੱਗੇ। ਕਰ ਕਰ ਬੰਧਨ ਤਿਤੇ ਸਿਧਾਇਸ। ਔਰ ਆਗਿਆ ਲੈ ਕੇ ਤਖਤ ਪਾਵਨ ਸਥਾਨ ਤੇ ਨਮਸਕਾਰ ਕਰਕੇ ਬੰਦਨਾ ਕਰਕੇ ਜਿੱਥੋਂ ਜਿੱਥੋਂ ਮਹਾਰਾਜ ਜੀ ਦਾ ਹੁਕਮ ਸੀ ਜਾਣ ਦਾ, ਜਿਹੜੇ ਨਗਰਾਂ ਵਿੱਚ ਆਪਣੇ ਘਰਾਂ 'ਚ ਜਾਣਾ ਚਾਹੁੰਦੇ ਸੀ ਉਹ ਆਪਣੇ ਪਰਿਵਾਰਾਂ ਵਿੱਚ ਗਏ। ਰਹਿਓ ਸੰਤੋਖ ਸਿੰਘ ਤੇ ਸਥਾਨ। ਪਰ ਜਥੇਦਾਰ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਦੀ ਡਿਊਟੀ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਲਾ ਗਏ ਸਨ ਇੱਥੇ ਤਖਤ ਸਾਹਿਬ ਦੀ ਸੇਵਾ ਲਈ, ਉਹ ਉੱਥੇ ਹੀ ਰਹੇ। ਉਹਨਾਂ ਨੇ ਉੱਥੇ ਹੀ ਰਹਿ ਕੇ ਮਹਾਰਾਜ ਜੀ ਦੇ ਬਚਨਾਂ ਦੀ ਪਾਲਣਾ ਕੀਤੀ। ਦੇਗ ਚਲਾਵਤ ਭਇਓ ਮਹਾਨ। ਭਾਈ ਸੰਤੋਖ ਸਿੰਘ ਜੀ ਨੇ ਗੁਰੂ ਸਾਹਿਬ ਜੀ ਦੇ ਹੁਕਮ ਦੀ ਪਾਲਣਾ ਕਰਦਿਆਂ ਲੰਗਰ ਚਲਾਏ। ਜਿਵੇਂ ਮਹਾਰਾਜ ਜੀ ਦਾ ਹੁਕਮ ਸੀ ਵੀ ਜਿੰਨੀ ਇੱਥੇ ਮਾਇਆ ਆਵੇ ਲੰਗਰ ਲਾਉਣੇ ਹਨ। ਭਾਈ ਸੰਤੋਖ ਸਿੰਘ ਜੀ ਨੇ ਪੁੱਛਿਆ ਸੀ, ਮਹਾਰਾਜ ਇੱਥੇ ਤਾਂ ਸੰਗਤ ਘੱਟ ਹੈ, ਸਿੱਖ ਘੱਟ ਨੇ, ਜੇ ਮਾਇਆ ਕਿੱਥੋਂ ਆਏਗੀ ਤੇ ਲੰਗਰ ਕਿਵੇਂ ਲੱਗਣਗੇ? ਮਹਾਰਾਜ ਜੀ ਨੇ ਆਖਿਆ ਕੋਈ ਕਮੀ ਨਹੀਂ ਰਹਿਣੀ ਸੰਤੋਖ ਸਿੰਘ, ਇੱਥੇ ਵੀ ਸਿੱਖਾਂ ਦੀ ਆਬਾਦੀ ਹੋਵੇਗੀ ਔਰ ਇੱਥੇ ਬੇਅੰਤ ਮਾਇਆ ਦੇ ਗੱਫੇ ਆਉਣਗੇ। ਮੰਦਿਰ ਨਹੀਂ ਬਣਾਉਣਾ ਸਾਡਾ, ਪਰ ਤੁਸੀਂ ਜਿਹੜੀ ਮਾਇਆ ਆਉਣੀ ਹੈ ਉਹਦਾ ਲੰਗਰ ਜ਼ਰੂਰ ਚਲਾਉਣਾ। ਖਾਲਸਾ ਜੀ, ਇਹ ਕਰਮ ਪ੍ਰਚਾਰ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤਾ ਹੈ। ਕਲਗੀਧਰ ਪਾਤਸ਼ਾਹ ਜੀ ਦੇ ਹੁਕਮ ਦੀ ਪਾਲਣਾ ਕਰਕੇ ਭਾਈ ਸੰਤੋਖ ਸਿੰਘ ਜੀ ਉੱਥੇ ਰਹਿ ਕੇ ਲੰਗਰ ਚਲਾਉਣ ਲੱਗੇ। ਦੇਗ ਚਲਾਵਤ ਭਇਓ ਮਹਾਨ। ਔਰ ਮਹਾਨ ਦੇਗ ਮਹਾਰਾਜ ਜੀ ਦੇ ਲੰਗਰਾਂ ਦੀ ਉਹ ਭਾਈ ਸੰਤੋਖ ਸਿੰਘ ਜੀ ਨੇ ਚਲਾਈ। ਬਹੁਰ ਸਹਾਇਕ ਭੇ ਤਿਸ ਦੇਸ਼। ਖਾਲਸਾ ਜੀ, ਉਸ ਦੇਸ਼ ਦੇ ਵਿੱਚ ਦੱਖਣ ਦਿਸ਼ਾ ਵਿੱਚ ਹੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਵਣ ਤੋਂ ਵੀ ਤਕਰੀਬਨ 40 ਸਾਲ ਦਾ ਬਾਅਦ ਦਾ ਸਮਾਂ ਮਹਾਰਾਜ ਜੀ ਦਾ ਫੇਰ ਇੱਕ ਚੋਜ ਵਰਤਿਆ ਉੱਥੇ, ਜੋ ਅੱਜ ਵੀ ਪ੍ਰਸਿੱਧ ਹੈ, ਪ੍ਰਗਟ ਹੈ। ਤਕਰੀਬਨ 40-42 ਸਾਲ ਹੋ ਗਏ ਸਨ ਮਹਾਰਾਜ ਜੀ ਨੂੰ ਸਮਾਇਆ। ਬਾਅਦ ਵਿੱਚ ਇੱਕ ਹੋਰ ਕੌਤਕ ਮਹਾਰਾਜ ਜੀ ਦਾ ਜੋ ਉੱਥੇ ਪ੍ਰਤੱਖ ਉਸ ਦੇਸ਼ ਵਿੱਚ ਵਰਤਿਆ, ਮਹਾਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਉਹ ਵੀ ਆਪ ਜੀ ਨੂੰ ਸੁਣਾਉਂਦਾ ਹਾਂ। ਸੁਨੀਅਤ ਕਥਾ ਸੁਨੀਏ ਸ਼ਰੋਤਾ ਕਥਾ ਵਿਸ਼ੇਸ਼। ਐ ਗੁਰੂ ਕੀ ਕਥਾ ਸੁਣਨ ਵਾਲਿਓ ਸਰੋਤਿਓ, ਕਲਗੀਧਰ ਦੀ ਮਹਿਮਾ ਸੁਣੋ ਤੇ ਮਨ 'ਚ ਨਿਸ਼ਚਾ ਕਰੋ ਕਿ ਜੇ ਉਹ ਜੋਤੀ ਜੋਤ ਸਮਾਵਣ ਤੋਂ ਤਕਰੀਬਨ 40 ਸਾਲ ਬਾਅਦ ਵੀ ਆਪਣੇ ਸੇਵਕਾਂ ਦੀ ਰੱਖਿਆ ਕਰ ਰਹੇ ਨੇ, ਤੇ ਫਿਰ ਉਹ ਅੱਜ ਵੀ ਆਪਣੇ ਸੇਵਕਾਂ ਦੀ ਰੱਖਿਆ ਕਰਦੇ ਨੇ, ਉਹ ਕਿਤੇ ਗਏ ਨਹੀਂ। ਮਹਾਕਵੀ ਭਾਈ ਸਾਹਿਬ ਦਾ ਇੱਥੇ ਜਿਹੜਾ ਨਿਸ਼ਚਾ ਹੈ ਨਾ, ਔਰ ਹਰ ਸਿੱਖ ਦਾ ਇਹੀ ਨਿਸ਼ਚਾ ਹੈ ਕਿ ਸਤਿਗੁਰੂ ਜੀ ਅੱਜ ਵੀ ਹਾਜ਼ਰ ਨੇ, ਕਿਤੇ ਨਹੀਂ ਗਏ। ਉਹ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਵਿੱਚ ਵਰਤ ਰਹੇ ਨੇ। ਨਾਲੇ ਸਤਿਗੁਰਾਂ ਆਪ ਕਿਹਾ ਮੈਂ ਤਾਂ ਗ੍ਰੰਥ ਪੰਥ ਦੋਹਾਂ ਵਿੱਚ ਵਰਤਦਾ ਹਾਂ। ਗੁਰੂ ਗ੍ਰੰਥ ਸਾਹਿਬ ਵਿੱਚ ਔਰ ਗੁਰੂ ਪੰਥ ਵਿੱਚ ਮੇਰਾ ਵਾਸਾ ਹੈ। ਇਹ ਬਚਨ ਮਹਾਰਾਜ ਜੀ ਨੇ ਕੀਤੇ ਹਨ। ਤੋ ਭਾਈ ਸਾਹਿਬ ਕਹਿੰਦੇ ਮਹਾਰਾਜ ਜੀ ਦਾ ਇੱਕ ਪ੍ਰਤੱਖ ਚੋਜ ਜੋ ਉੱਥੇ ਵਰਤਿਆ ਹੈ, ਗੁਰੂ ਕੀ ਕਥਾ ਸੁਣਨ ਵਾਲਿਓ ਤੁਹਾਨੂੰ ਇਹ ਵਿਸ਼ੇਸ਼ ਪ੍ਰਸੰਗ ਇੱਕ ਸਰਵਣ ਕਰਾਵਾਂ। ਤਹਾਂ ਗ੍ਰਾਮ ਜਨਵਾਰਾ ਨਾਏ। ਕਹਿੰਦੇ ਉਸੇ ਇਲਾਕੇ ਦੇ ਵਿੱਚ ਦੱਖਣ ਦਿਸ਼ਾ 'ਚ ਇੱਕ ਨਗਰ ਹੈ ਜਨਵਾਰਾ। ਇਹ ਜਨਵਾੜੇ ਨਗਰ ਮਾਈ ਭਾਗੋ ਜੀ ਨੇ ਜਾ ਕੇ ਵੀ ਬੜਾ ਵੱਡਾ ਪ੍ਰਚਾਰ ਪ੍ਰਸਾਰ ਕੀਤਾ। ਜਨਵਾੜੇ ਦੇ ਇਲਾਕੇ 'ਚ ਮਾਈ ਭਾਗੋ ਜੀ ਬਹੁਤ ਵਿਚਰੇ, ਉੱਥੇ ਉਹਨਾਂ ਨੇ ਭਜਨ ਬੰਦਗੀ ਕੀਤਾ। ਔਰ ਕਹਿੰਦੇ ਜਨਵਾੜਾ ਨਾਮ ਦਾ ਇੱਕ ਨਗਰ ਹੈ। ਰੁਸਤਮ ਰਾਏ ਅਰ ਬਾਲੇ ਰਾਏ। ਇੱਥੇ ਜਨਵਾੜੇ ਦੇ ਰਹਿਣ ਵਾਲੇ ਦੋ ਰਾਣੇ ਸਨ। ਇੱਕ ਦਾ ਨਾਂ ਸੀ ਬਾਲਾ ਰਾਏ ਤੇ ਦੂਜੇ ਦਾ ਨਾਂ ਸੀ ਰੁਸਤਮ ਰਾਏ। ਦੋਵੇਂ ਭਰਾ ਸੀ। ਇਹ ਰਾਣੇ ਸਨ ਜਨਵਾੜੇ ਦੇ ਰਹਿਣ ਵਾਲੇ। ਦੁਇ ਭਰਾਤਾ ਜੋਧਾ ਬੜ ਬਲੀ। ਇਹ ਦੋਵੇਂ ਭਰਾ ਸਨ ਤੇ ਬੜੇ ਯੋਧੇ ਤੇ ਬੜੇ ਬਲੀ ਸਨ। ਕੁਛ ਕ ਰਾਜ ਕਰਤੇ ਬਿਦ ਭਲੀ। ਇਹ ਆਪਣੇ ਇਲਾਕੇ 'ਚ ਥੋੜਾ ਜਿਹਾ ਇਹਨਾਂ ਦਾ ਰਾਜ ਸੀ, ਛੋਟਾ ਜਿਹਾ।
ਉਹਦੇ ਵਿੱਚ ਇਹ ਰਾਜ ਕਰਦੇ ਸਨ। ਦੇਸ਼ ਮਰਹੱਟਾ ਕੋ ਨਿਤ ਲੂਟੇ। ਤੇ ਜਿਹੜੇ ਮਰੱਟੇ, ਕਿਉਂਕਿ ਮਰੱਟਿਆਂ ਦਾ ਇਲਾਕਾ ਸੀ ਸਾਰਾ ਮਹਾਰਾਸ਼ਟਰ, ਉਸ ਮਰੱਟਿਆਂ ਦੇ ਇਲਾਕੇ ਤੇ ਜਾ ਕੇ ਲੁੱਟਮਾਰ ਵੀ ਕਰਦੇ ਸਨ। ਜੋ ਲਰ ਪਰੇ ਤੁਰਤ ਤਿਸ ਕੂਟੇ। ਬੜੇ ਯੋਧੇ ਸੀ ਇਹ ਦੋਵੇਂ ਭਰਾ, ਬਾਲਾ ਰਾਓ ਰੁਸਤਮ ਰਾਓ। ਜਿਹੜਾ ਲੜ ਪੈਂਦਾ ਸੀ ਉਹਨੂੰ ਪਕੜ ਕੇ ਮਾਰ ਦਿੰਦੇ, ਕੁੱਟ ਦਿੰਦੇ। ਪਰੀ ਤਾਂਕ ਡਰ ਸਗਰੇ ਮਾਨੇ। ਇਹਨਾਂ ਦੋਨਾਂ ਭਰਾਵਾਂ ਦੀ ਧਾਕ ਪੈ ਗਈ, ਇਹਨਾਂ ਦਾ ਡਰ ਮੰਨਦੇ ਇਲਾਕੇ ਦੇ ਲੋਕ। ਅਰੇ ਨ ਕੋ ਧਨ ਗਨਿਆਨੇ। ਇਹਨਾਂ ਅੱਗੇ ਕੋਈ ਅੜਦਾ ਨਹੀਂ ਸੀ, ਆ ਕੇ ਇਹਨਾਂ ਨੂੰ ਚੜਾਵਾ ਚੜਾਉਂਦੇ ਸੀ ਲੋਕ। ਤਿੰਨ ਪਰ ਚੜਿਓ ਮਰਹੱਟਾ ਰਾਏ। ਕਹਿੰਦੇ ਇਹਨਾਂ ਭਰਾਵਾਂ ਦੀ ਵਧੀਕੀ ਵੇਖ ਕੇ ਵੀ ਇਹ ਤਾਂ ਰਾਜ ਕਰਦੇ ਨੇ, ਨਾਲੇ ਸਾਡੇ ਬੰਦਿਆਂ ਤੇ ਹੱਲਾ ਬੋਲਦੇ ਨੇ। ਤੋ ਕੁਝ ਮਰੱਟੇ ਜਿਹੜੇ ਸਨ ਰਾਜੇ, ਉਹ ਇਕੱਠੇ ਹੋਏ। ਜਮੂ ਲੱਖ ਇਕੱਠੀ ਕਰ ਲਿਆਏ। ਤਕਰੀਬਨ 1 ਲੱਖ ਫੌਜ ਇਹਨਾਂ ਨੇ ਆਪਣੇ ਨਾਲ ਇਕੱਠੀ ਕੀਤੀ ਨਾ ਤੇ ਹੱਲਾ ਬੋਲਣ ਲਈ। ਤਿੰਨ ਕੇ ਸੰਗ ਜੰਗ ਬੋ ਪਏ। ਇਹਨਾਂ ਨਾਲ ਇਹਨਾਂ ਦਾ ਬੜਾ ਵੱਡਾ ਭਾਰੀ ਜੰਗ ਹੋਇਆ। ਘੇਰ ਪ੍ਰਾਤ ਦੋਨੋਂ ਗਏ ਲਏ। ਗੱਲ ਕੀ ਅਖੀਰ ਨੂੰ ਦੋਹਾਂ ਭਰਾਵਾਂ ਨੂੰ ਘੇਰ ਕੇ ਇਹਨਾਂ ਨੇ ਗ੍ਰਿਫਤਾਰ ਕਰ ਲਿਆ। ਕਰੇ ਕੈਦ ਸੰਗਲ ਪਗ ਡਾਰੇ। ਔਰ ਪੈਰਾਂ 'ਚ ਸੰਗਲ ਪਾ ਕੇ ਇਹਨਾਂ ਨੂੰ ਕੈਦ ਕਰ ਲਿਆ। ਗੇਰੇ ਬਿਕਮ ਸੋ ਦੁਰਗ ਸਤਾਰੇ। ਔਰ ਪੂਨੇ ਸਤਾਰੇ ਦਾ ਜਿਹੜਾ ਵੱਡਾ ਕਿਲਾ ਸੀ, ਉਹਦੇ ਵਿੱਚ ਜਾ ਕੇ ਇਹਨਾਂ ਨੂੰ ਸੁੱਟ ਦਿੱਤਾ। ਜੈ ਪੰਛੀ ਵੀ ਜਾਏ ਨਾ ਸਕੇ। ਸਤਾਰੇ ਦੀ ਜੇਲ੍ਹ ਦੇ ਵਿੱਚ ਇਹਨਾਂ ਨੂੰ ਸੁੱਟਿਆ, ਜਿੱਥੇ ਪੰਛੀ ਵੀ ਨਹੀਂ ਸਨ ਜਾ ਸਕਦੇ। ਮਾਨਸ ਬਪਰਾ ਕਿਆ ਤਿਸ ਤਕੇ। ਇਹੋ ਜੀ ਥਾਂ ਸੀ ਵੀ ਜਿੱਥੇ ਬੰਦੇ ਦਾ ਪਹੁੰਚਣਾ ਤਾਂ ਕੀ, ਪੰਛੀ ਵੀ ਨਹੀਂ ਸਨ ਪਹੁੰਚ ਸਕਦੇ। ਉੱਥੇ ਇਹਨਾਂ ਨੂੰ ਜਾ ਕੇ ਸੁੱਟਿਆ ਕੈਦ ਵਿੱਚ। ਦੇਵ ਸੰਤ ਬੋ ਪੀਰ ਮਨਾਏ। ਇਹ ਅੰਦਰ ਬੈਠੇ ਜੇਲ੍ਹ ਵਿੱਚ ਕੈਦ ਕੀਤੇ ਹੋਏ ਬੇੜੀਆਂ ਇਹਨਾਂ ਨੂੰ ਪਈਆਂ ਹੋਈਆਂ। ਬੜੇ ਬੜੇ ਪੀਰ ਸੰਤ ਮਨਾਏ, ਰੋਜ਼ ਰਜਾਈਆਂ ਕਰਨ, ਹੇ ਪਾਰ ਬ੍ਰਹਮ ਪਰਮੇਸ਼ਰ ਸਾਨੂੰ ਇਸ ਕੈਦ ਚੋਂ ਬਾਹਰ ਕੱਢੋ। ਕੋਈ ਨ ਤਿਨ ਕੋ ਸਕਿਓ ਛੁਰਾਏ। ਪਰ ਕਿਸੇ ਪੀਰ ਫਕੀਰ ਨੇ ਇਹਨਾਂ ਦੀ ਸਹਾਇਤਾ ਨਹੀਂ ਕੀਤੀ। ਰਚਕ ਦੁਰਗ ਸਿੰਘ ਵਿੱਚ ਏਕ। ਦੇਵ ਨੇਤ ਪਰਮੇਸ਼ਰ ਦੀ ਖੇਡ ਵੇਖੋ, ਜਦੋਂ ਕਿਸੇ ਜੀ ਦਾ ਭਲਾ ਹੋਣਾ ਹੁੰਦਾ ਹੈ। ਇੱਕ ਗੁਰੂ ਕਾ ਸਿੰਘ ਸੀ, ਉੱਥੇ ਉਹ ਡਿਊਟੀ ਕਰਦਾ ਸੀ, ਨੌਕਰੀ ਕਰਦਾ ਸੀ ਉਸੇ ਕਿਲੇ 'ਚ। ਉਹ ਸਿਪਾਹੀ ਸੀ। ਗੁਰਬਾਣੀ ਨਿਤ ਪੜੇ ਬਬੇਕ। ਉਹ ਗੁਰਬਾਣੀ ਪੜਿਆ ਕਰਦਾ, ਸੁਖਮਣੀ ਸਾਹਿਬ ਦੇ ਪਾਠ ਬੜੇ ਕਰਿਆ ਕਰਦਾ। ਉਹ ਰੋਜ਼ ਪੜਿਆ ਕਰੇ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਜਦੋਂ ਏਦਾਂ ਪੜਿਆ ਕਰੇ ਤੇ ਦੋਵੇਂ ਭਰਾ ਸੁਣਿਆ ਕਰਨ, ਜਦੋਂ ਸਿੰਘ ਗੁਰਬਾਣੀ ਪੜਿਆ ਕਰੇ। ਪੈਰਾ ਦੇਤ ਗਿਰਾ ਗੁਰ ਪਨੇ। ਉਹ ਰਾਤ ਨੂੰ ਪਹਿਰਾ ਦਿੰਦਾ ਸੀ, ਦਿਨੇ ਵੀ ਕਦੇ ਡਿਊਟੀ ਹੋਣੀ, ਦਿਨੇ ਪਹਿਰਾ ਦੇਣਾ ਤੇ ਨਾਲ ਉਹਨੇ ਗੁਰਬਾਣੀ ਪੜ੍ਹੀ ਜਾਣੀ। ਬਾਲੇ ਰਾਏ ਸ਼੍ਰੋਨ ਦੇ ਸੁਨੇ। ਬਾਲੇ ਰਾਓ ਤੇ ਰੁਸਤਮ ਰਾਓ ਦੋਵੇਂ ਭਰਾ ਉਹ ਗੁਰਬਾਣੀ ਸੁਣਦੇ ਹਨ। ਇਤ ਬੂਜਨ ਕੇ ਤਬੇ ਬਖਾਨੀ। ਉਹਨਾਂ ਨੂੰ ਸਮਝ ਨਹੀਂ ਆਉਂਦੀ, ਪਰ ਰਸ ਬੜਾ ਆਉਂਦਾ। ਪਤਾ ਨਹੀਂ ਲੱਗਦਾ ਵੀ ਕੀ ਕਹਿੰਦੇ ਨੇ, ਪਰ ਰਸ ਆਉਂਦਾ। ਤੇ ਇੱਕ ਦਿਨ ਉਸ ਸਿੰਘ ਨੂੰ ਆਪਣੇ ਕੋਲ ਬੁਲਾ ਕੇ ਪੁੱਛਦੇ, ਪੜਤ ਰਹਿਤ ਤੂੰ ਕਿਸ ਕੀ ਬਾਣੀ। ਕਹਿਣ ਲੱਗੇ, ਭਾਈ ਇਹ ਤੂੰ ਕਿਹਦੀ ਬਾਣੀ ਹਮੇਸ਼ਾ ਪੜਦਾ ਰਹਿਣਾ ਬੜੇ ਪਿਆਰ ਨਾਲ। ਸੁਨਤ ਸਿੰਘ ਗੁਰ ਮਹਿਮਾ ਕਈ। ਸੁਣ ਕੇ ਸਿੰਘ ਨੇ ਬਾਜਾਂ ਵਾਲੇ ਦੀਆਂ ਸਿਫਤਾਂ ਕੀਤੀਆਂ, ਕਲਗੀ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਿਫਤ ਕੀਤੀ। ਬੰਦ ਖਲਾਸੀ ਸਮ ਕੋ ਨਹੀਂ। ਆਖਿਆ ਬਾਲਾ ਰਾਓ ਰੁਸਤਮ ਰਾਓ, ਸਾਡੇ ਸਤਿਗੁਰੂ ਬਾਜਾਂ ਵਾਲੇ ਕਲਗੀਧਰ ਪਾਤਸ਼ਾਹ ਜੈਸਾ ਬੰਦੀ ਛੋੜ ਸਤਿਗੁਰੂ ਕੋਈ ਨਹੀਂ। ਦੁਰਗ ਗਵਾਲੀਅਰ ਮੈਂ ਨ੍ਰਿਪ ਕੈਦ। ਛੇਵੀਂ ਜੋਤ ਗੁਰੂ ਹਰਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ 'ਚ ਜਿਹੜੇ ਰਾਜੇ ਕੈਦ ਸਨ, ਮੈਂ ਛੂਟਨ ਕੀ ਜੀਤ ਉਮੈਦ। ਉਹ ਰਾਜੇ ਜਿਨ੍ਹਾਂ ਦੇ ਛੁੱਟਣ ਦੀ ਕੋਈ ਉਮੀਦ ਨਹੀਂ ਸੀ। ਅਸ ਰਾਜੇ ਰਾਜਪੂਤ ਛਡਾਏ। ਇਹੋ ਜਿਹੇ ਰਾਜਪੂਤਾਨੇ ਦੇ ਰਾਜਿਆਂ ਨੂੰ ਛੇਵੇਂ ਪਾਤਸ਼ਾਹ ਨੇ ਉੱਥੋਂ ਛੁਡਾਇਆ। ਐਸੇ ਬੰਦੀ ਛੋੜਨੇ ਸਤਿਗੁਰੂ। ਸਿਮਰੇ ਜੈ ਕੈ ਭਏ ਸਹਾਏ। ਉਹਨਾਂ ਨੂੰ ਜਿੱਥੇ ਸਿਮਰੀਏ ਉੱਥੇ ਹੀ ਸਹਾਇਤਾ
ਸਹਾਇਤਾ ਕਰਦੇ ਆਪਣਿਆਂ ਸੇਵਕਾਂ ਦੀ। ਸ਼੍ਰੀ ਗੋਬਿੰਦ ਸਿੰਘ ਗੁਰੂ ਵਡੇਰਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵੱਡਿਆਂ ਤੋਂ ਵੱਡੇ ਸਤਿਗੁਰੂ ਹਨ। ਅਬਚਲ ਨਗਰ ਥਾਨ ਜਿਨ ਕੇਰਾ, ਉਹਨਾਂ ਦਾ ਅਬਚਲ ਨਗਰ ਸਾਹਿਬ ਵਿਖੇ ਮਹਾਨ ਪਵਿੱਤਰ ਤਖਤ ਹੈ। ਦਸਵੇਂ ਪਾਤਸ਼ਾਹ ਸੋ ਪਏ, ਦਸਵੇਂ ਪਾਤਸ਼ਾਹ ਹਨ, ਉਹ ਗੁਰੂ ਨਾਨਕ ਸਾਹਿਬ ਦਾ 10ਵਾਂ ਰੂਪ ਹਨ। ਸਿੰਘ ਪੰਥ ਜਗ ਮੈਂ ਨਿਰਮਏ, ਉਹਨਾਂ ਨੇ ਖਾਲਸੇ ਪੰਥ ਦੀ ਜਗਤ ਵਿੱਚ ਉਤਪਤੀ ਕੀਤੀ ਹੈ। ਖਾਲਸਾ ਪੰਥ ਉਹਨਾਂ ਨੇ ਸਾਜਿਆ ਹੈ। ਇੱਕ ਪਠਾਨ ਤੈ ਜਾਏ ਨਿਹਾਰਾ, ਕਹਿੰਦੇ ਇੱਕ ਪਠਾਨ ਨੇ ਜਾ ਕੇ ਵੇਖਿਆ, ਸੁਨ ਤਿਸ ਨੇ ਗੁਰ ਸੁਜਾਸੇ ਉਚਾਰਾ, ਗੁਰੂ ਸਾਹਿਬ ਜੀ ਦਾ ਸੁਜਸ ਉਚਾਰਿਆ। ਸੋ ਗੁਰ ਬੜੋ ਬਹਾਦਰ ਹੀਰਾ, ਕਹਿੰਦੇ ਉਹਨੇ ਦੱਸਿਆ ਇਹਨਾਂ ਨੂੰ ਵੀ ਇਹਨਾਂ ਦੇ ਜਿਸ ਗੁਰੂ ਦੀ ਇਹ ਗੱਲ ਕਰ ਰਿਹਾ ਨਾ ਸਿੱਖ, ਪਠਾਨ ਵੀ ਕੋਲੋਂ ਕਹਿੰਦੇ ਉਹ ਗੁਰੂ ਬੜਾ ਬਹਾਦਰ ਹੈ। ਰਣ ਚਮਕੌਰ ਆਨੰਦਪੁਰ ਕੇਰਾ, ਚਮਕੌਰ ਦੀ ਗੜੀ ਤੇ ਆਨੰਦਪੁਰ ਸਾਹਿਬ ਦੇ ਜਿਹੜੇ ਜੰਗ ਹਨ, ਕਹਾਂ ਤੀਰ ਕਰ ਜੋਰ ਪ੍ਰਹਾਰੇ, ਉਹਨਾਂ ਨੇ ਆਪਣੇ ਭਾਰੀ ਤਾਣ ਨਾਲ ਉੱਥੇ ਖੱਪਰੇ ਤੀਰ ਚਲਾਏ। ਇੱਕ ਤੇ 10,000 ਅਰ ਮਾਰੇ। ਮੈਂ ਆਪਣੇ ਬਜ਼ੁਰਗ ਕੋਲੋਂ ਸੁਣਿਆ ਜਿਹੜਾ ਉਸ ਜੰਗ ਦੇ ਵਿੱਚ ਸੀ ਕਿ ਇੱਕ ਤੀਰ ਨਾਲ ਮਹਾਰਾਜ ਜੀ ਨੇ ਚਮਕੌਰ ਦੀ ਗੜੀ 'ਚ ਇੱਕੋ ਤੀਰ ਨਾਲ 10,000 ਵੈਰੀ ਮਾਰ ਮੁਕਾਏ ਸਨ। ਕਰਾਮਾਤ ਕੋ ਤਨੀ ਬਿਸਾਲਾ, ਕਰਾਮਾਤਾਂ ਦੇ ਵੀ ਮਾਲਕ ਹਨ। ਜੋ ਚਿਤ ਚਾਹੇ ਸੋ ਕਰਨੇ ਵਾਲਾ, ਜੋ ਚਿਤ ਚਾਹੁੰਦੇ ਨੇ ਉਹੀ ਕਰਨ ਵਾਲੇ ਹਨ। ਦੁਐ ਕੋਸ ਤੀਰ ਅਰ ਕਾਏ, 2-2 4-4 ਕੋਹ ਤੱਕ ਉਹਨਾਂ ਦੇ ਤੀਰ ਜਾ ਕੇ ਵੈਰੀਆਂ ਨੂੰ ਮਾਰਦੇ ਹਨ। 10 ਲੱਖਨ ਸੋ ਜੰਗ ਮਚਾਏ, ਚਾਲੀਆਂ ਨੂੰ ਨਾਲ ਲੈ ਕੇ 10 ਲੱਖ ਦੁਸ਼ਮਣ ਨਾਲ ਉਹਨਾਂ ਨੇ ਜੰਗ ਕੀਤਾ ਸੀ। ਕਹੇ ਸਿੰਘ ਕਿਆ ਨਰ ਕੀ ਬੰਦਾ, ਸਿੰਘ ਕਹਿੰਦਾ ਕੀ ਨਰ ਤੇ ਕੀ ਬੰਦਾ, ਜਮ ਫਾਸੀ ਕੋ ਦੇਤ ਨਿਕੰਦਾ। ਇਹ ਨਰਾਂ ਦੀ ਫਾਈ ਕੀ ਹੈ ਮਹਾਰਾਜ ਜੀ, ਇਹੋ ਜੇ ਦਿਆਲੂ ਨੇ ਉਹ ਤਾਂ ਜੰਮਾਂ ਦੀ ਫਾਈ ਨੂੰ ਵੀ ਕੱਟ ਦਿੰਦੇ ਹਨ। ਬਾਲੇ ਰਾਏ ਸੁਨੀ ਚਿਤ ਲਾਏ, ਜਦੋਂ ਬਾਲੇ ਰਾਓ ਨੇ ਮਹਾਰਾਜ ਜੀ ਦੀ ਸੋਭਾ ਸੁਣੀ, ਸ਼ਰਦਾ ਵਧੀ ਕਯੋ ਕਰ ਪਾਏ, ਉਹਦੇ ਮਨ 'ਚ ਵੱਡੀ ਭਾਰੀ ਸ਼ਰਧਾ ਵਧੀ ਤੇ ਪ੍ਰੇਮ ਨਾਲ ਕਹਿਣ ਲੱਗਾ, ਕਰੋ ਸਿੰਘ ਜੀ ਉਠੇ ਅਰਦਾਸ। ਆਖਿਆ ਸਿੰਘ ਜੀ ਫਿਰ ਸਾਡੀ ਅਰਦਾਸ ਕਰੋ ਆਪਣੇ ਸਾਹਿਬ ਗੁਰੂ ਕਲਗੀਧਰ ਦੇ ਚਰਨਾਂ ਵਿੱਚ, ਕਰੇ ਜੇ ਹਮਰੀ ਬੰਦ ਖਲਾਸ, ਤਾਂ ਜੋ ਸਾਡੀ ਬੰਦ ਖਲਾਸੀ ਕਰ ਦੇਣ। ਗੁਰ ਕੇ ਪਗ ਪੰਕਜ ਬੋ ਸੇਵੋ, ਗੁਰੂ ਸਾਹਿਬ ਜੀ ਦੇ ਪਵਿੱਤਰ ਚਰਨਾਂ ਕਮਲਾਂ ਨੂੰ ਅਸੀਂ ਰਹਿੰਦੇ ਸਵਾਸਾਂ ਤੱਕ ਸੇਵਾਂਗੇ। ਪੰਚਾਮ੍ਰਿਤ ਉਪਾਇਨ ਦੇਵੋ, ਔਰ ਅਸੀਂ ਉਹਨਾਂ ਦੇ ਤਖਤ ਤੇ ਜਾ ਕੇ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਭੇਟ ਕਰਾਂਗੇ। ਸੁਨਤ ਸਿੰਘ ਕੀਨੀ ਅਰਦਾਸ, ਸੁਣ ਕੇ ਸਿੰਘ ਨੇ ਅਰਦਾਸ ਕੀਤੀ, ਸਿਮਰਨ ਲਗਿਓ ਨਾਮ ਸੁਖ ਰਾਸ, ਸੁਖ ਦਾਤੇ ਕਲਗੀਧਰ ਜੀ ਦਾ ਨਾਮ ਸਿਮਰਿਆ ਰਾਧਿਆ। ਪਰਮ ਪ੍ਰੇਮ ਮਨ ਮੈਂ ਉਪਜਾਇਓ, ਪਰਮ ਪ੍ਰੇਮ ਮਨ ਵਿੱਚ ਉਪਜਿਆ ਸਿੰਘ ਦੇ। ਇਸ ਦਿਨ ਗੁਰ ਮੈਂ ਧਿਆਨ ਲਗਾਇਓ, ਬਾਲਾ ਰਾਓ ਰੁਸਤਮ ਰਾਓ ਦੇ ਮਨ 'ਚ ਪ੍ਰੇਮ ਜਾਗਿਆ, ਰਾਤ ਦਿਨ ਕਲਗੀਧਰ ਨੂੰ ਸਿਮਰਦੇ ਹਨ। ਅਰਧ ਰਾਤ ਸਿਮਰਤ ਉਰ ਜਬੇ, ਕਹਿੰਦੇ ਕੁਝ ਦਿਨ ਬੀਤ ਗਏ ਸਿਮਰਦਿਆਂ ਸਿਮਰਦਿਆਂ, ਇੱਕ ਦਿਨ ਅੱਧੀ ਰਾਤ ਦਾ ਸਮਾਂ ਸਿਮਰਦਿਆਂ ਬੀਤਿਆ। ਪ੍ਰਗਟੇ ਸ਼੍ਰੀ ਗੋਬਿੰਦ ਸਿੰਘ ਤਬੇ, ਉਸ ਕੈਦਖਾਨੇ 'ਚ ਜਿੱਥੇ ਦੋਵੇਂ ਭਰਾ ਨਜ਼ਰਬੰਦ ਸਨ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਪ੍ਰਗਟ ਹੋ ਕੇ ਦਰਸ਼ਨ ਦਿੱਤੇ। ਸ਼ਬਦ ਤੁਰੰਗਮ ਕੋ ਸੁਨ ਪਾਇਓ, ਜਦੋਂ ਇਹਨਾਂ ਨੇ ਘੋੜੇ ਦੇ ਹਿਣਕਣ ਦੀ ਆਵਾਜ਼ ਸੁਣੀ, ਉਠਿਓ ਰਾਏ ਤਿਨ ਨੈਣ ਲਗਾਇਓ, ਰਾਏ ਉੱਠਿਆ, ਉੱਠ ਕੇ ਜਦੋਂ ਨਿਗਾਹ ਮਾਰੀ, ਬਿਸਮਤ ਬੂਝਿਓ ਕਹੋ ਤੁਮ ਕੌਣ, ਹੈਰਾਨੀ ਨਾਲ ਪੁੱਛਣ ਲੱਗਾ ਮਹਾਰਾਜ ਕੌਣ ਹੋ ਤੁਸੀਂ। ਸ਼੍ਰੀ ਪ੍ਰਭ ਕਹੇ ਆਰਾਧੇ ਜੋਨ, ਕਲਗੀਧਰ ਜੀ ਕਹਿੰਦੇ ਬਾਲਾ ਰਾਓ ਜਿਨ੍ਹਾਂ ਨੂੰ ਰੋਜ਼ ਪਿਆ ਆਰਾਧਦਾ ਉਹੀ ਹਾਂ, ਜਿਨ੍ਹਾਂ ਨੂੰ ਨਿਤ ਆਰਾਧਦਾ ਉਹੀ ਹਾਂ। ਸੋ ਪਹੁੰਚਿਓ ਤੁਵ ਕਰਨ ਸਹਾਏ, ਉਹੀ ਪਹੁੰਚੇ ਨੇ ਤੇਰੀ ਸਹਾਇਤਾ ਲਈ ਜਿਨ੍ਹਾਂ ਨੂੰ ਤੂੰ ਰੋਜ਼ ਆਰਾਧ ਰਿਹਾ। ਉਠੋ ਅਬੇ ਨੇ ਬਿਲਮ ਲਗਾਏ, ਉਠੋ ਬਾਲਾ ਰਾਓ ਰੁਸਤਮ ਰਾਓ ਜੀ ਦੇਰੀ ਨਾ ਲਾਓ। ਸ਼੍ਰੀ ਗੁਰ ਮੋਏ ਪਗੋਂ ਮੈਂ ਬੇਰੀ, ਇਹ ਕਹਿਣ ਲੱਗੇ ਮਹਾਰਾਜ ਸਾਡੇ ਤਾਂ ਪੈਰਾਂ 'ਚ ਬੇੜੀਆਂ ਪਈਆਂ, ਉੱਠੀਏ ਕਿਵੇਂ, ਚੱਲੀਏ ਕਿਵੇਂ। ਅਨੁਜ ਸੁਪਤ ਤਿਮਈ ਟਿਗ ਮੇਰੀ, ਲਾਗੇ ਉਹਦਾ ਭਰਾ ਸੁੱਤਾ ਪਿਆ ਸੀ ਬਾਲਾ ਰਾਓ ਦਾ, ਉਹ ਨਹੀਂ ਸੀ ਜਾਗਦਾ, ਇਹ ਸਿਮਰਦਾ ਸੀ ਮਹਾਰਾਜ ਜੀ ਨੂੰ। ਕਹਿੰਦਾ ਤਿਵੇਂ ਮੇਰਾ ਭਰਾ ਸੁੱਤਾ ਪਿਆ ਮਹਾਰਾਜ, ਉਹਨੂੰ ਬੇੜੀਆਂ ਪਈਆਂ ਹੋਈਆਂ, ਤਿਵੇਂ ਮੈਨੂੰ ਹਨ। ਪ੍ਰਾਤ ਜਗਾਵੋ ਸੰਗ ਨਾ ਉਟੈ, ਮਹਾਰਾਜ ਜੀ ਕਹਿੰਦੇ ਭਾਈ ਇਹਨੂੰ ਵੀ ਬਿਠਾ ਲੈ, ਕਿਤੇ ਨਾ ਰਹਿ ਜੇ ਇੱਥੇ, ਇਹਨੂੰ ਵੀ ਲੈ ਚੱਲੀਏ। ਵਾਹਿਗੁਰੂ ਕੋ ਬੇਰੀ ਟੂਟੈ, ਵਾਹਿਗੁਰੂ ਕਹੋ ਬੇੜੀਆਂ ਟੁੱਟ ਜਾਣਗੀਆਂ ਤੁਹਾਡੀਆਂ, ਵਾਹਿਗੁਰੂ ਕਹੋਗੇ ਬੰਦੀ ਟੁੱਟ ਜਾਏਗੀ। ਸੁਨ
ਸੁਨ ਪ੍ਰਭ ਤੇ ਨਿਜ ਅਨੁਜ ਜਗਾਇਓ। ਸੁਣ ਕੇ ਸਾਹਿਬ ਦੇ ਬਚਨ ਨੇ ਆਪਣੇ ਭਾਈ ਨੂੰ ਉਠਾਇਆ। ਸੰਗਲ ਟੂਟੇ ਨਾਮ ਤੇ ਤੇ ਆਇਓ। ਕਹਿੰਦੇ ਜਦੋਂ ਦੋਵੇਂ ਭਰਾ ਉੱਠ ਖਲੋਤੇ ਤੇ ਬੇੜੀਆਂ ਪਈਆਂ ਹੋਈਆਂ, ਮੁਖੋਂ ਕਿਹਾ ਵਾਹਿਗੁਰੂ ਵਾਹਿਗੁਰੂ ਕਹਿਣ ਦੀ ਦੇਰੀ ਸੀ, ਸਾਰੀਆਂ ਬੇੜੀਆਂ ਟੁੱਟ ਕੇ ਜ਼ਮੀਨ ਤੇ ਖਿੰਡ ਗਈਆਂ। ਉਠ ਦੋਨੋਂ ਗੁਰ ਚਰਨੀ ਪਰੇ। ਦੋਵੇਂ ਉੱਠ ਕੇ ਮਹਾਰਾਜ ਜੀ ਦੇ ਚਰਨੀ ਢਹਿ ਪਏ। ਤਨ ਗੁਰੂ ਕਿਰਤਾਰਥ ਕਰੇ। ਧੰਨ ਗੁਰੂ ਸਤਿਗੁਰੂ ਨੇ ਕਿਰਤਾਰਥ ਕਰ ਦਿੱਤਾ ਦੋਹਾਂ ਭਰਾਵਾਂ ਨੂੰ। ਪ੍ਰਭ ਬੋਲੇ ਜੋ ਹੈ ਸਿੱਖ ਮੇਰੇ। ਮਹਾਰਾਜ ਜੀ ਕਹਿੰਦੇ ਭਾਈ ਜਿਹੜੇ ਮੇਰੇ ਸਿੱਖ ਹਨ, ਸਿਮਰਤ ਸਤਗੁਰ ਸੰਜ ਉਹ ਸਵੇਰੇ। ਸਵੇਰੇ ਸ਼ਾਮ ਹਰ ਵੇਲੇ ਆਪਣੇ ਸਤਿਗੁਰਾਂ ਨੂੰ ਸਿਮਰਦੇ ਨੇ। ਨਰ ਤੇ ਕਾਂ ਬਚਾਵਨ ਗਾਥਾ। ਮਹਾਰਾਜ ਜੀ ਕਹਿੰਦੇ ਨਰਾਂ ਤੋਂ ਬਚਾਉਣਾ ਦੀ ਕੀ ਗਾਥਾ ਹੈ। ਜਮ ਤੇ ਰਾਖੋਂ ਦੈ ਕਰ ਹਾਥਾ। ਮੈਨੂੰ ਰੱਦਣ ਵਾਲਿਆਂ ਨੂੰ ਮੈਂ ਤਾਂ ਜੰਮਾਂ ਤੋਂ ਵੀ ਹੱਥ ਦੇ ਕੇ ਬਚਾ ਲੈਂਦਾ ਹਾਂ। ਅਬ ਦੋਨੋਂ ਦਿਸ਼ੋ ਹੈ ਤੁਮ ਠਾਡੇ। ਆਓ ਦੋਵੇਂ ਪਾਸੇ ਘੋੜੇ ਦੀਆਂ ਰਕਾਬਾਂ ਵਾਲੇ ਪਾਸੇ ਆ ਕੇ ਦੋਵੇਂ ਭਰਾ ਇੱਕ ਇੱਕ ਪਾਸੇ ਖਲੋ ਜਾਓ। ਗਹੋ ਰਕਾਬ ਦਵੈਲ ਦਵੈ ਗਾਡੇ। ਰਕਾਬ ਦੇ ਨਾਲ ਜਿਹੜੀ ਦਵਾਇਲ ਹੁੰਦੀ ਨਾ, ਜਿਹਦੇ ਨਾਲ ਰਕਾਬ ਉਹ ਚਮੜੇ ਦੀ, ਜਿਹਦੇ ਚ ਰਕਾਬ ਪਾਈ ਹੁੰਦੀ ਪੈਰ ਵਾਲੀ, ਉਹ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਦੋਵੇਂ ਪਾਸੇ ਲਟਕਦੀਆਂ ਨੇ ਤੇ ਪਕੜ ਲਵੋ। ਚੌਕੀਦਾਰਨ ਦਿਓ ਜਗਾਏ। ਜਿਹੜੇ ਚੌਂਕੀਦਾਰ ਨੇ ਉਹਨਾਂ ਨੂੰ ਜਗਾ ਦਿਓ। ਕੇਰ ਲਿਓ ਅਬ ਹਮ ਚੱਲ ਜਾਏ। ਉਹਨਾਂ ਨੂੰ ਜਗਾ ਦਿਓ, ਕਿਤੇ ਕੱਲ ਨੂੰ ਸਾਡੇ ਸਿੰਘ ਤੇ ਨਾ ਕੋਈ ਐਕਸ਼ਨ ਆ ਜਾਏ ਵੀ ਉਹਨੇ ਭਜਾ ਦਿੱਤੇ ਆ। ਵੀ ਸਾਰੇ ਚੌਂਕੀਦਾਰ ਉਠਾ ਦਿਓ, ਵੀ ਉਹਨਾਂ ਨੂੰ ਕਹਿ ਦਿਓ ਵੀ ਘੇਰ ਲਓ ਭਾਈ, ਜੇ ਸਾਨੂੰ ਰੋਕ ਸਕਦੇ ਹੋ ਅਸੀਂ ਚੱਲੇ ਆ। ਮਹਾਰਾਜ ਜੀ ਕਹਿੰਦੇ ਵੇਖੋ ਸਾਹਿਬ ਦੀ ਲੀਲਾ। ਉਹ ਸਾਰੇ ਚੌਂਕੀਦਾਰਾਂ ਨੂੰ, ਜਿੰਨੇ ਉੱਥੇ ਸਿਪਾਹੀ ਸਨ ਮੌਕੇ ਤੇ, ਉਹਨਾਂ ਨੂੰ ਉਠਾਣ ਨੂੰ ਕਿਹਾ। ਗਹਿ ਕੈ ਦਵਾਲ ਕਯੋ ਦਵੈ ਪਾਈ। ਇਹਨਾਂ ਨੇ ਦਵਾਲ ਫੜ ਲਈ ਦੋਹਾਂ ਨੇ, ਦੋਹਾਂ ਪਾਸੇ ਰਕਾਬਾਂ ਦੀ, ਤੇ ਆਵਾਜ਼ ਮਾਰੀ ਚੌਂਕੀਦਾਰਾਂ ਨੂੰ, ਅਸੀਂ ਜਾ ਰਹੇ ਹਾਂ ਭਾਈ, ਜੇ ਰੋਕ ਸਕਦੇ ਹੋ ਤਾਂ ਰੋਕ ਲਓ। ਉਹ ਸਾਰੇ ਭੱਜੇ ਆਏ ਇਕੱਠੇ ਹੋ ਕੇ। ਅਬ ਹਮਰੇ ਗੁਰ ਪਏ ਸਹਾਈ। ਕਹਿੰਦੇ ਚੱਲੇ ਆ ਅਸੀਂ, ਕਿਉਂਕਿ ਸਾਡੇ ਸਤਿਗੁਰੂ ਜੀ ਸਾਡੇ ਸਹਾਈ ਹੋ ਗਏ ਹਨ। ਜੇ ਬਲ ਹੈ ਤੋ ਲੀਜੇ ਘੇਰੇ। ਹੈ ਤਾਕਤ ਤੁਹਾਡੇ ਵਿੱਚ ਤਾਂ ਰੋਕ ਲਓ, ਅਸੀਂ ਜਾ ਰਹੇ ਹਾਂ। ਨਾਏ ਤਾਮ ਪਹੁੰਚੇ ਨਿਜ ਡੇਰੇ। ਨਹੀਂ ਤਾਂ ਅਸੀਂ ਆਪਣੇ ਨਿਜ ਡੇਰੇ ਜਾ ਪਹੁੰਚਣਾ ਹੈ। ਸੁਨ ਉੱਚੀ ਤੁਨ ਕੋ ਤਵ ਜਾਗੇ। ਕਹਿੰਦੇ ਉੱਚੀ ਆਵਾਜ਼ ਸੁਣ ਕੇ ਸਾਰੇ ਚੌਂਕੀਦਾਰ ਜਿੰਨੇ ਪਹਿਰੇ ਤੇ ਸਨ ਆਏ। ਉੱਠ ਕਰ ਘੇਰ ਪਕੜਨੇ ਲਾਗੇ। ਘੇਰਾ ਪਾਣ ਲੱਗੇ ਵੀ ਬੰਦ ਦਰਵਾਜ਼ਿਆਂ ਚੋਂ ਕਿਵੇਂ ਜਾਣਗੇ। ਤਵ ਸਤਿਗੁਰੂ ਤੁਰੰਗਮ ਪ੍ਰੇਰਾ। ਮਹਾਰਾਜ ਕਲਗੀਧਰ ਜੀ ਨੇ ਆਪਣਾ ਘੋੜਾ ਪ੍ਰੇਰਿਆ। ਪੰਛੀ ਜਿਮ ਗਮਨੇ ਤਿਸ ਬੇਰਾ। ਕਹਿੰਦੇ ਜਿਵੇਂ ਪੰਛੀ ਉੱਡਦਾ ਹੁੰਦਾ, ਏਦਾਂ ਪੰਛੀਆਂ ਸਮਾਨ ਉੱਡ ਗਏ। ਦਵਾਦਸ਼ ਕੋਸ਼ ਬਿੰਦਿਆ ਚੱਲ ਗਏ। ਕਹਿੰਦੇ ਤਕਰੀਬਨ 12 ਕੋ ਦੂਰ ਬਿੰਦਿਆਚਲ ਪਰਬਤ ਦੇ ਨੇੜੇ ਗਏ। ਦਵਾਲ ਛੁਰਾਏ ਬਖਾਨਤ ਪਏ। ਔਰ ਦਵਾਲ ਚੜਾ ਕੇ ਮਹਾਰਾਜ ਜੀ ਨੇ ਹੁਕਮ ਕੀਤਾ, ਇਹ ਦਰਸ਼ਨ ਕੋ ਹਟ ਨੈ ਕਰੀਏ। ਕਹਿੰਦੇ ਇੱਥੇ ਉਤਰ ਜਾਓ ਭਾਈ, ਤੇ ਹੁਣ ਆ ਜਿਹੜੇ ਦਰਸ਼ਨ ਤੁਸੀਂ ਕਰ ਰਹੇ ਹੋ ਇਹਦਾ ਹੱਠ ਨਾ ਕਰਿਓ ਵੀ ਦੁਬਾਰਾ ਹੋਣ। ਮਹਾਰਾਜ ਜੀ ਕਹਿੰਦੇ ਹੁਣ ਇਹਨਾਂ ਦਰਸ਼ਨਾਂ ਦਾ ਹੱਠ ਨਾ ਕਰਿਓ ਵੀ ਇਹ ਦੁਬਾਰਾ ਹੋਣਗੇ। ਅਬ ਚੱਲ ਨਗਰ ਸਿਧਾਰਨ ਕਰੀਏ। ਆ ਸਾਡਾ ਸਿੰਘਾਸਣ ਹੈ ਅਬਚਲ ਨਗਰ ਨਾਂਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ, ਉੱਥੇ ਚਲੇ ਜਾਓ। ਅਰਪਨ ਚਾਹੋ ਸੋ ਅਰਪੋ ਤਹਾਂ। ਜੋ ਅਰਪਣਾ ਉੱਥੇ ਜਾ ਕੇ ਭੇਟਾ ਕਰ ਲੋ, ਜੋ ਸੁਖਣਾ ਸੁਖੀ ਆ ਉੱਥੇ ਭੇਟ ਕਰੋ। ਪੰਜ ਸਿੰਘ ਮੇਰੇ ਹੈ ਜਹਾਂ। ਜਿੱਥੇ ਮੇਰੇ 5 ਸਿੰਘ ਹੁੰਦੇ ਹਨ। ਸ਼ਰਦਾ ਤਰੋ ਸਰੂਪ ਸੁਮੇਰੋ। ਉਹਨਾਂ ਤੇ ਸ਼ਰਧਾ ਰੱਖਣੀ, ਉਹ ਮੇਰਾ ਹੀ ਰੂਪ ਨੇ, ਪੰਜਾਂ ਵਿੱਚ ਮੇਰਾ ਵਾਸ ਹੈ। ਪੁਰੋ ਕਾਮਨਾ ਪੂਜੋ ਹੀਰੋ। ਜਾਓ ਆਪਣੀਆਂ ਕਾਮਨਾਵਾਂ ਪੂਰਨ ਕਰੋ। ਇਮ ਕਹਿ ਹੋਏ ਅੰਤਰ ਧਿਆਨ। ਏਦਾਂ ਕਹਿ ਕੇ ਕਲਗੀਧਰ ਅੰਤਰ ਧਿਆਨ ਹੋ ਗਏ। ਸ਼੍ਰੀ ਗੁਰੂ ਗੋਬਿੰਦ ਸਿੰਘ ਸੁਜਾਨ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਬਨੇ ਸਹਾਇਕ ਬੰਦ ਖਲਾਸੀ। ਨਿਜ ਦਾਸਨ ਕਾਟਤ ਜਮ ਫਾਸੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਹਾਇਕ ਹੋਏ, ਆਪਣਿਆਂ ਸੇਵਕਾਂ ਦੀ ਬੰਦ ਖਲਾਸੀ ਕੀਤੀ, ਆਪਣਿਆਂ ਦਾਸਾਂ ਦੀ ਜੰਮਾਂ ਦੀ ਫਾਈ ਵੀ ਸਤਿਗੁਰੂ ਕਲਗੀਧਰ ਜੀ ਕੱਟਣ ਵਾਲੇ ਹਨ। ਉੱਥੇ ਯਾਦ ਵਿੱਚ ਅੱਜ ਕੱਲ੍ਹ ਅਸਥਾਨ ਮਨਮਾੜ, ਤੁਸੀਂ ਜਦੋਂ ਜਾਓ ਮਨਮਾੜ ਸਟੇਸ਼ਨ ਦੇ ਨੇੜੇ ਉਹ ਅਸਥਾਨ ਯਾਦਗਾਰ ਵਜੋਂ ਬਣਿਆ ਹੋਇਆ ਸ਼ੋਭਨੀਕ ਹੈ। ਪਹਿਲਾਂ ਤਾਂ ਟ੍ਰੇਨ ਜਦੋਂ ਜਾਂਦੀ ਸੀ ਉੱਥੇ ਇੰਜਣ ਬਦਲਦਾ ਸੀ,
ਤਕਰੀਬਨ ਘੰਟਾ ਡੇਢ ਉੱਥੇ ਟ੍ਰੇਨ ਰੁਕਣੀ। ਅਸੀਂ ਹੱਲੇ ਨਾਲ ਜਾਣਾ, ਭੱਜ ਕੇ ਜਾ ਕੇ ਨਾਲੇ ਇਸ਼ਨਾਨ ਪਾਨ ਕਰਾਉਣੇ, ਨਾਲੇ ਦਰਸ਼ਨ ਪਰਸਾਉਣੇ। ਸੁੰਦਰ ਦਰਬਾਰ ਹੈ ਔਰ ਰਹਿਣ ਦਾ, ਰਿਹਾਇਸ਼ ਦਾ ਵੀ ਉੱਥੇ ਚੰਗਾ ਵਧੀਆ ਪ੍ਰਬੰਧ ਹੈ। ਗੁਰੂ ਸਾਹਿਬ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।